ਦਲੀਪ ਕੌਰ ਟਿਵਾਣਾ ਦਾ ਨਾਵਲ ਜੇ ਕਿਧਰੇ ਰੱਬ ਟੱਕਰ ਜੇ। ਅੰਗ 11ਵਾਂ। ਕੁਝ ਦਿਨਾਂ ਮਗਰੋਂ ਹਾਕਮ ਸਿੰਘ ਦੀ ਧੀ ਪ੍ਰੀਤ ਮਿਲਣ ਆ ਗਈ। ਪ੍ਰੀਤ ਨੇ ਦੱਸਿਆ ਕਿ 3 ਸਾਲ ਹੋ ਗਏ ਉਹਦੇ ਵਿਆਹ ਹੋਏ ਨੂੰ। ਉਹਦਾ ਘਰ ਵਾਲਾ ਵਿਆਹ ਤੋਂ 1 ਮਹੀਨੇ ਮਗਰੋਂ ਹੀ ਕੈਨੇਡਾ ਨੂੰ ਮੁੜ ਗਿਆ ਸੀ। ਆਖਦਾ ਸੀ ਕਾਗਜ਼ ਬਣਾ ਕੇ ਤੈਨੂੰ ਸੱਦ ਲਵਾਂਗਾ। ਓਨੇ ਚਿਰ ਮੇਰੇ ਘਰਦਿਆਂ ਕੋਲ ਰਹਿ, ਪਰ ਹੁਣ ਮੈਨੂੰ ਲੱਗਦਾ ਹੈ ਕਿ ਉਹਨੇ ਮੈਨੂੰ ਨਹੀਂ ਬੁਲਾਉਣਾ। ਵਿਆਹ ਉਹਨੇ ਮਾਂ-ਬਾਪ ਦੀ ਸੇਵਾ ਲਈ ਕੀਤਾ ਹੋ। ਸੀਬੋ ਪ੍ਰੀਤ ਦੇ ਮੂੰਹ ਵੱਲ ਵੇਖਦੀ ਰਹੀ ਤੇ ਫਿਰ ਪੁੱਛਣ ਲੱਗੀ ਕਿ ਸੱਸ ਸਹੁਰਾ ਤਾਂ ਚੰਗੇ ਨੇ? ਕੱਲਾ ਕੱਲਾ ਉਹਨਾਂ ਦਾ ਮੁੰਡਾ, ਉਹਨੂੰ ਵੀ ਪਰਦੇਸ ਭੇਜ ਛੱਡਿਆ। ਪ੍ਰੀਤ ਨੇ ਦੱਸਿਆ ਕਿ ਹਾਂ, ਮਾਂ-ਬਾਪ ਚੰਗੇ ਨੇ, ਪੁੱਤ ਉਹਨਾਂ ਦਾ ਉਹਨਾਂ ਨੂੰ ਮੁਫਤ ਦੀ ਨੌਕਰਾਣੀ ਜੋ ਦੇ ਗਿਆ। ਪਰ ਮੈਨੂੰ ਪਹਿਲਾਂ ਹੀ ਲੱਗਦਾ ਸੀ ਕਿ ਮੇਮਾ ਨੂੰ ਛੱਡ ਕੇ ਜਿਹੜਾ ਬੰਦਾ ਦੇਸੀ ਕੁੜੀ ਨਾਲ ਵਿਆਹ ਕਰਾਉਣ ਆਉਂਦਾ ਹੈ, ਵਿੱਚੋਂ ਜ਼ਰੂਰ ਕੋਈ ਗੱਲ ਹੁੰਦੀ ਹੋਊਗੀ। ਸੋ ਮੈਂ ਪਹਿਲੇ ਸਾਲ ਹੀ ਪੱਤਰ ਵਿਹਾਰ ਨਹੀਂ BA ਦਾ ਪਹਿਲਾ ਸਾਲ ਪਾਸ ਕਰ ਲਿਆ ਸੀ। ਹੁਣ ਤੀਜੇ ਦਾ ਇਮਤਿਹਾਨ ਦੇ ਕੇ ਆਈ ਹਾਂ। ਮੈਂ ਤੇ ਤੁਹਾਨੂੰ ਇਹ ਦੱਸਣ ਆਈ ਸੀ ਕਿ ਉਹਨੇ ਆਪਣੇ ਮਾਂ-ਪਿਓ ਨੂੰ ਚਿੱਠੀ 'ਚ ਮੇਰਾ ਤਲਾਕ ਲਿਖ ਕੇ ਭੇਜਿਆ। ਮੈਂ ਪੜ੍ਹ ਲਿਆ ਸੀ। ਮਾਂ-ਪਿਓ ਕਿਹੜੇ ਮੂੰਹ ਨਾਲ ਮੈਨੂੰ ਦੱਸਦੇ? ਉਹ ਚੁੱਪ ਕੀਤੇ ਹੋਏ ਸੀ। ਫਿਰ ਜ਼ਿੰਦਗੀ ਕਿਵੇਂ ਲੰਘੂਗੀ? ਸੀਬੋ ਨੇ ਪੁੱਛਿਆ। ਉਹਦਾ ਮਤਲਬ ਤਾਂ ਇਹ ਹੈ ਕਿ ਬਈ ਮੈਨੂੰ ਉਹਨੇ ਆਜ਼ਾਦ ਕਰ ਦਿੱਤਾ ਹੈ, ਮੈਂ ਜੋ ਮਰਜ਼ੀ ਕਰਾਂ। ਉਹ ਜਾਣਦਾ ਹੈ ਕਿ ਛੇਤੀ ਕੀਤੇ ਮੈਂ ਉਹਦੇ ਮਾਪਿਆਂ ਨੂੰ ਛੱਡ ਕੇ ਨਹੀਂ ਜਾਵਾਂਗੀ। ਪਰ ਮੈਂ ਇੱਕ ਦਿਨ ਆਪਣਾ ਸਹੁਰਾ ਸਾਹਿਬ ਨਾਲ ਇਸ ਬਾਰੇ ਗੱਲ ਕੀਤੀ ਸੀ। ਸੱਸ ਵੀ ਕੋਲ ਬੈਠੀ ਸੀ। ਉਹ ਉਹਨੂੰ ਗਾਲਾਂ ਦੇਣ ਲੱਗ ਪਏ ਤੇ ਆਖਦੇ ਸੀ ਕਿ ਜੇ ਤੂੰ ਸਾਡੇ ਕੋਲ ਹੀ ਰਹਿਣਾ ਹੈ ਤਾਂ ਸਾਰੀ ਜ਼ਮੀਨ ਤੇਰੇ ਨਾਂ ਕਰ ਦੇਣਾ। ਪਰ ਸੱਸ ਮੇਰੀ ਆਖਣ ਲੱਗੀ ਕਿ ਉਹ ਆ ਜਾਊਗਾ ਸਾਲ 6 ਮਹੀਨੇ ਨੂੰ, ਸਮਝਾ ਦੇਵਾਂਗੇ। ਪਰ ਮੈਂ ਸੋਚਿਆ ਕਿ ਉਹਦੇ ਤਲਾਕ ਵਾਲੇ ਕਾਗਜ਼ ਦਿਖਾ ਕੇ ਮੈਂ ਦਫਾ ਕਰਾਂ ਉਹਨੂੰ। ਹੋਰ ਕਿੰਨੇ ਚਿਰ ਭੁਲੇਖਿਆਂ 'ਚ ਜਿਉਂ ਹੀ ਜਾਊਂਗੀ। ਮੈਂ ਇੱਕ ਦਿਨ ਕਾਲਜ ਦੇ ਪ੍ਰਿੰਸੀਪਲ ਨਾਲ ਗੱਲ ਕੀਤੀ ਸੀ। ਉਹ ਬੜੇ ਭਲੇ ਬੰਦੇ ਨੇ। ਆਖਦੇ ਸੀ ਕਿ ਬੇਟਾ ਅਗਲੇ ਸਾਲ B.Ed ਕਰ ਲਈ, ਕਿਸੇ ਸ਼ਹਿਰ ਨੌਕਰੀ ਲੈ ਕੇ ਜ਼ਿੰਦਗੀ ਬਾਰੇ ਨਵੇਂ ਸਿਰਿਓਂ ਸੋਚਣਾ ਸ਼ੁਰੂ ਕਰ ਦਈ, ਪ੍ਰੀਤ ਨੇ ਆਖਿਆ। ਪ੍ਰੀਤ ਦੀ ਹਿੰਮਤ ਵੇਖ ਕੇ ਸੀਬੋ ਨੂੰ ਬੜੀ ਚੰਗੀ ਲੱਗੀ। ਆਥਣੇ ਪ੍ਰੀਤ ਨੇ ਆਪਣੇ ਪਿਓ ਹਾਕਮ ਸਿੰਘ ਨਾਲ ਸਾਰੀ ਗੱਲ ਕੀਤੀ। ਪਹਿਲਾਂ ਚੁੱਪ ਰਿਹਾ, ਮਗਰੋਂ ਪ੍ਰੀਤ ਦੇ ਫੈਸਲੇ ਨਾਲ ਸਹਿਮਤ ਹੋ ਗਿਆ। ਸ਼ਾਮ ਨੂੰ ਜਦੋਂ ਸ਼ਰਾਬੀਆਂ ਨਾਲ ਹਾਕਮ ਸਿੰਘ ਮਹਿਫਿਲ ਲਾ ਕੇ ਬੈਠ ਗਿਆ ਤਾਂ ਪ੍ਰੀਤ ਗੁੱਸੇ 'ਚ ਸੀਬੋ ਨੂੰ ਕਹਿਣ ਲੱਗੀ, ਮਾਸੀ ਤੂੰ ਰੋਕਦੀ ਨਹੀਂ? ਮੇਰੀ ਬੀਬੀ ਤਾਂ ਬਹੁਤ ਕਲੇਸ਼ ਕਰਦੀ ਹੁੰਦੀ ਸੀ। ਲੱਗਦਾ ਸੀ ਕਿ ਬੀਬੀ ਦੇ ਮਰਨ ਮਗਰੋਂ ਪਿਓ ਨੂੰ ਕੁਝ ਅਕਲ ਆ ਜਾਊਗੀ, ਪਰ ਨਹੀਂ। ਪਰ ਤੂੰ ਮਾਸੀ ਇਸ ਘਰ ਆਉਣਾ ਕਿਵੇਂ ਮੰਨ ਗਈ? ਸਭ ਕਿਸਮਤ ਦੇ ਲੇਖੇ ਨੇ, ਸੀਬੋ ਨੇ ਉਦਾਸ ਹੋ ਕੇ ਉੱਤਰ ਦਿੱਤਾ। ਤੈਨੂੰ ਤਾਂ ਮਾਸੀ ਚੰਗਾ ਥਾਂ ਮਿਲ ਸਕਦਾ ਸੀ, ਪ੍ਰੀਤ ਨੇ ਕਿਹਾ। ਚੰਗਾ ਥਾਂ ਰੱਬ ਨੇ ਖੋਹ ਲਿਆ ਸੀ। ਮੇਰਾ ਘਰ ਵਾਲਾ ਫੌਜੀ ਸੀ, ਉਹ ਲੜਾਈ 'ਚ ਮਾਰਿਆ ਗਿਆ ਸੀ। ਭਰਜਾਈ ਮੇਰੀ ਨੂੰ ਕਾਹਲੀ ਪਈ ਹੋਈ ਸੀ ਕਿ ਉਹ ਕਿਤੇ ਨਾ ਕਿਤੇ ਮੈਨੂੰ ਦਫਾ ਕਰ ਦੇਵੇ। ਮੇਰੀ ਭਰਜਾਈ ਨੇ ਚਾਚੀ ਨੂੰ ਵਿੱਚ ਪਾ ਕੇ ਕਾਹਲੀ ਕਾਹਲੀ ਮੈਨੂੰ ਚੁੰਨੀ ਚੜਾ ਕੇ ਤੋਰਨ ਦੀ ਕੀਤੀ। ਹੁਣ ਸੋਚਦੀਆਂ ਮਨਾ ਤੇਰੇ ਭਾਗ ਹੀ ਮਾੜੇ ਨੇ। ਇੱਥੇ ਬੈਠਕ 'ਚ ਬੈਠੇ ਸ਼ਰਾਬੀ ਆਨੀ ਬਹਾਨੇ ਰਸੋਈ 'ਚ ਗੇੜੇ ਮਾਰਦੇ ਰਹਿੰਦੇ ਨੇ, ਕਦੇ ਪਾਣੀ ਮੰਗਣ ਦੇ ਬਹਾਨੇ, ਕਦੇ ਗੰਢੇ ਮੰਗਣ ਦੇ ਬਹਾਨੇ, ਕਦੇ ਖਾਲੀ ਗਲਾਸ ਮੰਗਣ ਦੇ ਬਹਾਨੇ। ਹਾਰ ਕੇ ਮੈਂ ਮੂੰਹ ਤੇ ਪੱਲਾ ਲਈ ਰੱਖਦੀ ਹਾਂ, ਸੀਬੋ ਨੇ ਦੱਸਿਆ। ਤੇ ਫਿਰ ਕੁਝ ਪਲ ਰੁਕ ਕੇ ਪੁੱਛਣ ਲੱਗੀ ਕਿ ਤੇਰੀ ਬੀਬੀ ਨੂੰ ਕੀ ਹੋ ਗਿਆ ਸੀ? ਇੱਕ ਦਿਨ ਚੰਗੀ ਭਲੀ ਸੁੱਤੀ ਪਈ ਸੀ, ਉੱਠੀ ਨਹੀਂ। ਮਰੀ ਤੋਂ ਤਾਂ ਮੇਰਾ ਪਿਓ ਬੜਾ ਰੋਂਦਾ ਸੀ। ਉਂਝ ਵਿੱਚੋਂ ਵਿੱਚੋਂ ਲੋਕ ਇਹ ਵੀ ਆਖਦੇ ਕਿ ਮੇਰੀ ਬੀਬੀ ਨੂੰ ਮੇਰੇ ਪਿਓ ਨੇ ਗਲਾ ਘੋਟ ਕੇ ਮਾਰਤਾ ਸੀ। ਪਰ ਮੈਨੂੰ ਸੱਚ ਨਹੀਂ ਲੱਗਦਾ। ਜਿੰਨਾ ਮਰਜ਼ੀ ਘਰ 'ਚ ਕਲੇਸ਼ ਹੋਵੇ, ਕੋਈ ਆਪਣੀ ਜਨਾਨੀ ਨੂੰ ਖਤਮ ਥੋੜ੍ਹੀ ਕਰ ਸਕਦਾ, ਪ੍ਰੀਤ ਨੇ ਦੱਸਿਆ। ਜਿੰਨਾ ਚਿਰ ਪ੍ਰੀਤ ਇੱਥੇ ਰਹੀ, ਸੀਬੋ ਦਾ ਮਨ ਲੱਗਿਆ ਰਿਹਾ। ਹੁਣ ਸ਼ਰਾਬੀ ਵੀ ਰਸੋਈ 'ਚ ਗੇੜੇ ਨਹੀਂ ਸੀ ਮਾਰਦੇ। ਹੁਣ ਹਾਕਮ ਸਿੰਘ ਵੀ ਘੱਟ ਪੀਂਦਾ ਸੀ ਤੇ ਆਪਣੇ ਮਿੱਤਰਾਂ ਨੂੰ ਛੇਤੀ ਭੇਜ ਦਿੰਦਾ ਸੀ। ਉਹ ਇੱਕ ਦਿਨ ਪ੍ਰੀਤ ਨਾਲ ਜਾ ਕੇ ਕਚਹਿਰੀ ਦਾ ਕੰਮ ਵੀ ਕਰ ਆਇਆ। ਕੁਝ ਦਿਨਾਂ ਮਗਰੋਂ ਹਾਕਮ ਸਿੰਘ ਨਾਲ ਸਹੁਰੇ ਜਾ ਕੇ ਪ੍ਰੀਤ ਆਪਣਾ ਨਿੱਕਾ ਮੋਟਾ ਸਮਾਨ ਲੈ ਆਈ ਤੇ ਦੱਸ ਆਈ ਕਿ ਅਗਲੀ ਪੇਸ਼ੀ ਤੇ ਉਹਨਾਂ ਦੇ ਤਲਾਕ ਦਾ ਫੈਸਲਾ ਹੋ ਜਾਊਗਾ। ਸਹੁਰੇ ਨੇ ਉਸ ਦਿਨ ਉਹਦਾ ਸਿਰ ਪਲੋਸਿਆ ਤੇ ਆਖਿਆ ਕਿ ਤੂੰ ਮੇਰੀ ਧਰਮ ਦੀ ਧੀ ਹੈ, ਜਿੱਥੇ ਵੀ ਲੋੜ ਹੋਵੇ ਮੈਂ ਤੇਰੇ ਨਾਲ ਖੜਾਂਗਾ। ਸੱਸ ਉਹਦੀ ਰੋਈ ਜਾ ਰਹੀ ਸੀ। ਵਾਪਸ ਆ ਕੇ ਪ੍ਰੀਤ ਨੇ ਕੁਝ ਦਿਨਾਂ ਮਗਰੋਂ B.Ed 'ਚ ਦਾਖਲਾ ਲੈ ਲਿਆ। ਉੱਥੇ ਹੀ ਹੋਸਟਲ 'ਚ ਰਹਿਣ ਲੱਗ ਪਈ। ਪ੍ਰੀਤ ਦੇ ਜਾਣ ਨਾਲ ਸੀਬੋ ਉਦਾਸ ਹੋ ਗਈ ਸੀ। ਸ਼ਰਾਬੀਆਂ ਦੇ ਗੇੜੇ ਫਿਰ ਸ਼ੁਰੂ ਹੋ ਗਏ। ਉਹਨਾਂ ਨੇ ਫਿਰ ਉਹੀ ਕੰਮ ਫੜ ਲਏ ਸਨ। ਉਹਨਾਂ ਨੂੰ ਲੱਗਦਾ ਸੀ ਕਿ ਹਾਕਮ ਸਿੰਘ ਦੀ ਕਿਸਮਤ ਕਿੱਡੀ ਚੰਗੀ ਹੈ। ਇੱਕ ਦਿਨ ਹਾਕਮ ਸਿੰਘ ਨੂੰ ਜਾਣ ਬੁੱਝ ਕੇ ਬਹੁਤੀ ਸ਼ਰਾਬ ਪਿਲਾ ਕੇ ਜੱਗਾ ਦੱਬੇ ਪੈਰੀ ਸੀਬੋ ਕੋਲ ਰਸੋਈ 'ਚ ਆ ਕੇ ਕਹਿਣ ਲੱਗਾ, ਭਾਬੀ ਸਹੁੰ ਗਊ ਦੀ, ਤੇਰੇ ਤੇ ਬੜਾ ਤਰਸ ਆਉਂਦਾ ਹੈ। ਜੇ ਕੋਈ ਲੋੜ ਹੋਵੇ ਤਾਂ ਝਿਜਕੀ ਨਾ, 50 ਰੁਪਏ ਰੱਖ ਲੈ ਲੋੜ ਵੇਲੇ ਲਈ। ਬਿਨਾਂ ਘੁੰਡ ਚੁੱਕੀ ਸੀਬੋ ਆਕੜ ਕੇ ਕਹਿਣ ਲੱਗੀ, ਚੱਕ ਲੈ ਆਪਣੇ ਪੈਸੇ। ਤੂੰ ਸਮਝਦਾ ਕੀ ਆ ਆਪਣੇ ਆਪ ਨੂੰ? ਜਿਸ ਥਾਲੀ 'ਚ ਖਾਣਾ ਹੈ ਉਸੇ ਥਾਲੀ 'ਚ ਛੇਕ ਪਾਉਣਾ ਹੈ। ਮਾਰਦੀਆਂ ਹਾਕਮਾਂ ਜੀ ਨੂੰ।
ਦੱਸੂਗੀ ਉਹ ਤੈਨੂੰ ਪਤਾ। ਇਹ ਸੁਣ ਕੇ ਜੱਗਾ ਨੋਟ ਚੁੱਕ ਕੇ ਬੈਠਕ 'ਚ ਮੁੜ ਗਿਆ। ਦਾਰਾ ਜੱਗੇ ਵੱਲ ਝਾਕ ਕੇ ਆਖਣ ਲੱਗਿਆ, ਕਿਉਂ ਗਲੀ ਨਹੀਂ ਦਾਲ? ਫੱਤਾ ਹੁਣ ਹੌਲੀ ਜਿਹੀ ਆਵਾਜ਼ 'ਚ ਕਹਿਣ ਲੱਗਾ, ਤੁਸੀਂ ਸਾਰੇ ਹਾਕਮ ਸਿੰਘ ਨੂੰ ਆਖੋ ਵੀ ਇੱਕ ਵਾਰੀ ਤਾਂ ਭਾਬੀ ਸਾਨੂੰ ਸਾਰਿਆਂ ਨੂੰ ਰੋਟੀ ਖਵਾਵੇ। ਨਾਲ ਹੀ ਆਖੋ ਕਿ ਭਾਬੀ ਸਾਨੂੰ ਆਪ ਬੈਠਕ 'ਚ ਗਲਾਸ ਜਾਂ ਪਾਣੀ ਦੇਣ ਆਇਆ ਕਰੇ। ਇਹੋ ਜਿਹੀਆਂ ਸਲਾਹਾਂ ਉਹ ਬਣਾਉਂਦੇ ਰਹੇ। ਇੱਕ ਦਿਨ ਉਹਨਾਂ ਨੇ ਹਾਕਮ ਨੂੰ ਬਹੁਤੀ ਸ਼ਰਾਬ ਪਿਲਾ ਕੇ ਆਖਿਆ, ਓਏ ਹਾਕਮਾ, ਤੇਰੀ ਇੰਨੀ ਵੀ ਨਹੀਂ ਚੱਲਦੀ ਬਈ ਭਾਬੀ ਸਾਨੂੰ ਇੱਥੇ ਰੋਟੀ ਪਾਣੀ ਫੜਾ ਕੇ ਜਾਵੇ। ਨਾਲੇ ਸਾਥੋਂ ਕਾਹਤੋਂ ਘੁੰਡ ਕੱਢੀ ਜਾਂਦੀ ਹੈ? ਅਸੀਂ ਹੋਏ ਦਿਓਰ, ਉਹੀ ਬਗਾਨੀ ਜੂਠ ਚੁੱਕ ਲਿਆਇਆ, ਇੰਨੇ ਨਖਰੇ ਕਰਦੀ ਹੈ। ਹਾਕਮ ਸਿੰਘ ਸ਼ਰਾਬ ਦੀ ਲੋਰ 'ਚ ਕਹਿ ਰਿਹਾ ਸੀ, ਉਹ ਆਊਗੀ ਇੱਥੇ ਰੋਟੀ ਦੇਣ, ਆਊਗੀ। ਉਹਦੀ ਕੀ ਮਜਾਲ ਹੈ, ਉਹ ਨਾ ਆਵੇ, ਮੈਂ ਲਿਆਉਣਾ। ਲੜਖੜਾਉਂਦਾ ਰਸੋਈ ਵੱਲ ਗਿਆ। ਸੀਬੋ ਨੇ ਉਹਨਾਂ ਦੀਆਂ ਗੱਲਾਂ ਸੁਣ ਲਈਆਂ ਸੀ, ਇਸ ਲਈ ਉਹ ਕਾਹਲੀ ਕਾਹਲੀ ਅੰਦਰ ਚਲੀ ਗਈ ਤੇ ਸੱਸ ਨੂੰ ਆਖਣ ਲੱਗੀ ਕਿ ਅੰਮਾ ਜੀ, ਆਪਣੇ ਪੁੱਤ ਨੂੰ ਸਮਝਾ ਲੈ। ਮੈਂ ਸਭ ਸੁਣ ਲਿਆ, ਮੈਂ ਸ਼ਰਾਬੀਆਂ ਕੋਲ ਜਾਂਦੀ ਚੰਗੀ ਲੱਗਦੀ ਹਾਂ। ਹਾਕਮ ਨੂੰ ਦੇਖ ਕੇ ਬੁੜੀ ਬੋਲੀ, ਵੇ ਹਾਕਮਾ, ਤੂੰ ਕਮਲਾ ਹੋ ਪਿਆ। ਮਸਾਂ ਤੇਰੀ ਰੋਟੀ ਪੱਕਦੀ ਹੋਈ ਹੈ ਤੇ ਤੂੰ ਇਹਨੂੰ ਦੁਖੀ ਕਰਨ ਲੱਗ ਪਿਆ। ਨਹੀਂ ਮਾਂ, ਸਾਲੀ ਚੰਬਲਦੀ ਹੈ। ਮਾਰ ਮਾਰ ਛਿੱਤਰ, ਜੇ ਸਿੱਧੀ ਨਾ ਕਰਦਿਆਂ ਸਿੱਧੀ ਤਰ੍ਹਾਂ ਚੱਲ ਤੇ ਮੈਨੂੰ ਬੈਠਕ 'ਚ ਰੋਟੀ ਦੇ ਕੇ ਆਵੇ। ਹਾਕਮ ਸਿੰਘ ਤੋਂ ਸਿੱਧੀ ਤਰ੍ਹਾਂ ਬੋਲਿਆ ਵੀ ਨਹੀਂ ਸੀ ਜਾ ਰਿਹਾ। ਸੀਬੋ ਥਰ ਥਰ ਕੰਬਦੀ ਰਹੀ ਸੀ। ਬੁੜੀ ਕੋਲੋਂ ਥੰਮਲੇ ਓਲੇ ਖੜੀ ਹੋ ਗਈ। ਹਾਕਮ ਸਿੰਘ ਨੇ ਮਗਰੋਂ ਆ ਕੇ ਮੋਢੇ ਤੋਂ ਫੜ ਕੇ 2-3 ਚਪੇੜਾਂ ਮਾਰੀਆਂ ਸੀਬੋ ਦੇ। ਹਾਏ ਵੇ ਜੈ ਵੱਡੇ ਦਿਆ, ਉਹ ਜਾਣਿਆ ਇਸ ਗਰੀਬਣੀ ਦਾ ਕੀ ਮਾਰਨਾ ਹੋਇਆ, ਆਖਦੀ ਬੁੜੀ ਨੇ ਹਾਕਮ ਨੂੰ ਪਰਾਂ ਧੱਕਿਆ। ਹਾਕਮ ਗਾਲਾਂ ਕੱਢਦਿਆਂ ਬੈਠਕ ਵੱਲ ਚਲਿਆ ਗਿਆ। ਫਿਰ ਪਤਾ ਨਹੀਂ ਕਦੋਂ ਹਾਕਮ ਦੇ ਯਾਰ ਉੱਠ ਕੇ ਚਲੇ ਗਏ ਤੇ ਹਾਕਮ ਮੰਜੇ ਤੇ ਢੇਰੀ ਹੋ ਗਿਆ। ਘਰ ਦੀ ਕੱਢੀ ਸ਼ਰਾਬ ਦੀਆਂ ਖਾਲੀ ਬੋਤਲਾਂ, ਜੂਠੇ ਗਲਾਸ ਇੱਧਰ ਉੱਧਰ ਪਏ ਹੋਏ ਸਨ। ਕੁਝ ਚਿਰ ਮਗਰੋਂ ਸੀਬੋ ਦੀ ਸੱਸ ਬੋਲੀ, ਕਿਉਂ ਜੁਲਕਦੀ ਐ? ਹੁਣ ਲੋਕਾਂ ਨੂੰ ਦੱਸਣਾ? ਲੋਕ ਤਾਂ ਅੱਗੇ ਚਾਹੁੰਦੇ ਨੇ ਕਿ ਹਾਕਮ ਸਿੰਘ ਦਾ ਘਰ ਨਾ ਵਸੇ। ਮੈਂ ਬਥੇਰਾ ਉਹਦੀ ਜਾਨ ਨੂੰ ਪਿੱਟਦੀ ਆਂ ਵੀ ਸ਼ਰਾਬ ਨਾ ਪੀਆ ਕਰ। ਦੇਖ ਲਈ ਸਵੇਰ ਨੂੰ ਸਭ ਭੁੱਲਿਆ ਹੋ। ਉੱਠ ਸਾਊ, ਅੰਦਰੋਂ ਬੈਠਕ ਦਾ ਕੁੰਡਾ ਅੜਾ ਲੈ, ਚਲੇ ਗਏ ਹੋਣੇ ਨੇ। ਹੁੰਦਾ ਇਹਦਾ ਪਿਓ ਜਿਉਂਦਾ, ਲਹੂ ਨਾ ਪੀ ਲੈਂਦਾ ਸਾਰਿਆਂ ਸ਼ਰਾਬੀਆਂ ਦਾ। ਨਾਲੇ ਰੋਟੀ ਪਾ ਕੇ ਲੈ ਜਾ। ਹਲੂਣ ਕੇ ਆਖਦੀ ਉਹਨੂੰ, ਰੋਟੀ ਝੁਲਸ ਲੈ। ਬਿਨਾਂ ਰੋਟੀ ਖਾਧੇ ਜੈ ਖਾਣੀ ਸ਼ਰਾਬ ਅੰਦਰ ਫੂਕ ਦਿੰਦੀ ਹੈ। ਸੀਬੋ ਚੁੱਪ ਹੀ ਰਹੀ, ਪਰ ਉੱਠੀ ਨਾ। ਬੁੜੀ ਰਸੋਈ 'ਚ ਜਾ ਕੇ ਆਪ ਹੀ ਥਾਲੀ 'ਚ ਰੋਟੀ ਪਾ ਕੇ ਸੀਬੋ ਕੋਲ ਲੈ ਆਈ ਤੇ ਕਹਿਣ ਲੱਗੀ, ਲੈ ਜਾ ਥਾਲੀ, ਬਹੁਤੇ ਨਖਰੇ ਨਾ ਕਰ। ਸ਼ਰਾਬੀ ਬੰਦੇ ਤੋਂ ਉੱਚੀ ਨੀਵੀਂ ਗੱਲ ਹੋਈ ਜਾਂਦੀ ਹੈ। ਸੀਬੋ ਥਾਲੀ ਫੜ ਕੇ ਬੈਠਕ ਵੱਲ ਲੈ ਤੁਰੀ। ਸੀਬੋ ਨੇ ਹਾਕਮ ਦੇ ਮੰਜੇ ਦੇ ਕੋਲ ਜਾ ਕੇ ਕਿਹਾ, ਲਓ ਜੀ ਰੋਟੀ ਖਾ ਲਓ, ਪਰ ਉਹ ਨਾ ਬੋਲਿਆ। ਉਹਨੇ ਥਾਲੀ ਭੁੰਜੇ ਰੱਖਤੀ। ਆਪ ਦੂਜਾ ਮੰਜਾ ਸਿੱਧਾ ਕਰਕੇ ਬਿਨਾਂ ਕੱਪੜੇ ਵਿਛਾਈ ਖੇਸ ਲੈ ਕੇ ਪੈ ਗਈ। ਉਹਨੂੰ ਸਮਝ ਨਹੀਂ ਲੱਗ ਰਹੀ ਸੀ ਕਿ ਮੇਰੇ ਨਾਲ ਕੀ ਹੋਣ ਲੱਗ ਪਿਆ, ਮੈਂ ਕਿਹੜੇ ਖੂਹ 'ਚ ਪੈ ਜਾ। ਇਸ ਤੋਂ ਮਗਰੋਂ ਉਹ ਕਿੰਨਾ ਚਿਰ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਸੋਚਦੀ ਰਹੀ। ਅੱਧੀ ਰਾਤ ਨੂੰ ਉਹਦੀ ਅੱਖ ਲੱਗੀ। ਅਗਲੇ ਦਿਨ ਹਾਕਮ ਸਿੰਘ ਤੜਕੇ ਉੱਠ ਕੇ ਸੀਬੋ ਨੂੰ ਆਖਣ ਲੱਗਾ ਕਿ ਰਾਤ ਮੈਨੂੰ ਰੋਟੀ ਕਿਉਂ ਨਾ ਦਿੱਤੀ। ਉਹ ਚੁੱਪ ਹੀ ਰਹੀ। ਬਹੁਤੇ ਨਖਰੇ ਨਹੀਂ ਚੱਲਣੇ ਇੱਥੇ, ਲੱਸੀ ਦਾ ਗਲਾਸ ਦੇ, ਹਾਕਮ ਸਿੰਘ ਨੇ ਖਿੱਝ ਕੇ ਕਿਹਾ। ਸੀਬੋ ਨੇ ਲੱਸੀ ਦਾ ਗਲਾਸ ਲਿਆ ਕੇ ਹਾਕਮ ਨੂੰ ਦੇ ਦਿੱਤਾ। ਹਾਕਮ ਸਿੰਘ ਨੂੰ ਰਾਤ ਵਾਲੀ ਗੱਲ ਭਾਵੇਂ ਯਾਦ ਨਹੀਂ ਸੀ, ਫਿਰ ਵੀ ਗੁੱਸੇ 'ਚ ਕਹਿਣ ਲੱਗਾ, ਆ ਬੂਥਾ ਕਾਹਦੇ ਲਈ ਸਜਾਇਆ ਤੈਂ? ਸਾਰਾ ਦਿਨ ਘੁੰਡ ਕਾਹਤੋਂ ਕੱਢੀ ਰੱਖਦੀ ਐ? ਬਹੁਤੀ ਨਾ ਚੰਬਲ, ਮੈਂ ਚਤਰੌਲ ਵੀ ਕਰ ਦਿੰਨਾ। ਸੀਬੋ ਡਰ ਰਹੀ ਸੀ ਕਿ ਆਥਣੇ ਸ਼ਰਾਬ ਪੀ ਕੇ ਪਤਾ ਨਹੀਂ ਹਾਕਮ ਸਿੰਘ ਕੀ ਕਰੂਗਾ। ਧੰਨਵਾਦ। ਅੰਗ 12ਵਾਂ। 2 ਮਹੀਨੇ ਮਗਰੋਂ ਪ੍ਰੀਤ ਫੇਰ ਆ ਗਈ। ਉਹਨੇ ਸੀਬੋ ਨੂੰ ਕਿਹਾ, ਮਾਸੀ, ਮੈਂ ਸਿਰਫ ਤੇਰੇ ਨਾਲ ਸਲਾਹ ਕਰਨ ਆਈ ਹਾਂ। ਮੈਂ ਆਪਣੇ ਪਿਓ ਤੋਂ ਅਜਿਹੀ ਸਲਾਹ ਨਹੀਂ ਲੈ ਸਕਦੀ। ਮੇਰੇ ਪੁਰਾਣੇ ਕਾਲਜ ਦਾ ਪ੍ਰਿੰਸੀਪਲ ਆਇਆ ਤੇ ਆਖਦਾ ਸੀ ਕਿ ਪ੍ਰੀਤ, ਮੇਰੇ ਛੋਟੇ ਭਾਈ ਦਾ ਤਲਾਕ ਹੋ ਚੁੱਕਿਆ ਹੈ। ਜੇ ਤੂੰ ਠੀਕ ਸਮਝੇ ਮੈਂ ਉਸ ਨਾਲ ਗੱਲ ਕਰਾਂ। ਮੈਂ ਆਖ ਦਿੱਤਾ ਸੀ ਕਿ ਮੈਂ ਸੋਚ ਕੇ ਦੱਸਾਂਗੀ। ਉਹ ਕੈਨੇਡਾ ਰਹਿੰਦਾ ਹੈ। ਕੈਨੇਡਾ ਜਾ ਕੇ ਉਹਦੀ ਘਰਵਾਲੀ ਨੂੰ ਫੰਗ ਲੱਗ ਗਏ ਤੇ ਆਪਣੇ ਘਰਵਾਲੇ ਨੂੰ ਛੱਡ ਕੇ ਕਿਸੇ ਹੋਰ ਨਾਲ ਰਹਿਣ ਲੱਗ ਪਈ ਹੈ। ਉਧਰ ਉਹ ਟਰੱਕ ਚਲਾਉਂਦਾ ਹੈ। ਉਂਝ ਤੋਂ MA ਪਾਸ ਹੈ। ਸਭ ਤੋਂ ਵੱਧ ਪੈਸੇ ਟਰੱਕ ਡਰਾਈਵਰਾਂ ਨੂੰ ਮਿਲਦੇ ਨੇ। ਤੂੰ ਆਪ ਸਿਆਣੀ ਹੈ ਪ੍ਰੀਤ, ਆਖਦੇ ਨੇ ਬਾਹਰਲੇ ਮੁਲਕਾਂ 'ਚ ਵਿਆਹ ਨੂੰ ਇੱਕ ਖੇਡ ਸਮਝਿਆ ਜਾਂਦਾ ਹੈ। ਸੀਬੋ ਨੇ ਕਿਹਾ, ਮੈਨੂੰ ਲੱਗਦਾ ਮਾਸੀ, ਇੱਕ ਔਰਤ ਦਾ ਦੁਖੀ ਕੀਤਾ ਬੰਦਾ ਦੂਜੀ ਵਾਰੀ ਕਿਸੇ ਸਾਊ ਕੁੜੀ ਨਾਲ ਹੀ ਵਿਆਹ ਕਰਨਾ ਚਾਹੂਗਾ। ਪ੍ਰਿੰਸੀਪਲ ਨੂੰ ਮੈਂ ਸਾਊ ਲੱਗਦੀ ਹਾਂ, ਪ੍ਰੀਤ ਨੇ ਕਿਹਾ। ਫਿਰ ਉਹ ਤੈਨੂੰ ਕੈਨੇਡਾ ਲੈ ਜਾਊਗਾ? ਸੀਬੋ ਨੇ ਪੁੱਛਿਆ। ਪ੍ਰੀਤ ਨੇ ਕਿਹਾ, ਹੋਰ ਕੀ, ਉਂਝ ਵੀ ਮੇਰਾ ਜੀਅ ਕਰਦਾ ਹੈ ਕਿ ਦੇਖਾਂ ਤਾਂ ਸਹੀ ਕਿਹੋ ਜਿਹਾ ਮੁਲਕ ਹੈ, ਕਿਹੋ ਜਿਹੀਆਂ ਮੇਮਾਂ ਨੇ ਜਿਨ੍ਹਾਂ ਮਗਰ ਸਾਡੇ ਬੰਦੇ ਕੁੱਤਿਆਂ ਵਾਂਗ ਲੱਗੇ ਫਿਰਦੇ ਨੇ। ਸੀਬੋ ਨੇ ਕਿਹਾ, 1-2 ਵਾਰੀ ਮਿਲ ਕੇ ਦੇਖ ਲਿਆ ਉਹਨੂੰ, ਜੇ ਤੈਨੂੰ ਠੀਕ ਲੱਗਦਾ ਉਹ ਫੇਰ ਹੀ ਹਾਂ ਆਖੀ ਉਹਨੂੰ।
ਪ੍ਰੀਤ ਦੇ ਜਾਣ ਮਗਰੋਂ ਸੀਬੋ ਦੀ ਸੱਸ ਨੇ ਪੁੱਛਿਆ, ਪ੍ਰੀਤ ਤੇਰੇ ਨਾਲ ਹੌਲੀ ਹੌਲੀ ਕੀ ਗਿਟਮਿਟ ਕਰਦੀ ਸੀ? ਮੇਰੇ ਪੁੱਤ ਨੇ ਚੰਗਾ ਭਲਾ ਸਰਦੇ ਪੁੱਜਦੇ ਘਰ ਵਿਆਹ ਕੀਤਾ ਸੀ। ਅਖੇ ਮੁੰਡਾ ਕੈਨੇਡਾ ਰਹਿੰਦਾ, ਚੁੱਲ੍ਹੇ 'ਚ ਪੈਣ ਕੈਨੇਡਾ ਰਹਿਣ ਵਾਲੇ, ਮੁੜ ਕੇ ਸੋਨੇ ਵਰਗੀ ਕੁੜੀ ਦੀ ਕਿਹੜਾ ਸਾਰ ਲਈਏ। ਸੀਬੋ ਨੇ ਕੋਈ ਉੱਤਰ ਨਾ ਦਿੱਤਾ। ਨਲਕੇ ਤੇ ਜਾ ਕੇ ਕੱਪੜੇ ਧੋਣ ਲੱਗ ਪਈ। ਇੰਨੇ ਨੂੰ ਕਿਸੇ ਨੇ ਬਾਰ ਖੜਕਾਇਆ। ਸੀਬੋ ਦਰਵਾਜ਼ੇ ਵੱਲ ਝਾਕਣ ਲੱਗੀ। ਉਹਦੀ ਸੱਸ ਨੇ ਜਦੋਂ ਬਾਰ ਖੋਲ੍ਹਿਆ ਤਾਂ ਸਾਹਮਣੇ ਬਿਸ਼ਨੀ ਅੰਮਾ ਸੀ। ਉਹ ਹੌਲੀ ਹੌਲੀ ਤੁਰਦੀ ਸੀਬੋ ਕੋਲ ਆਈ ਤੇ ਕਹਿਣ ਲੱਗੀ, ਕਿੰਨੇ ਚਿਰ ਤੋਂ ਗੁਲਜ਼ਾਰਾ ਚਾਚੀ ਨੂੰ ਮਿਲਣ ਕਰਦਾ ਸੀ। ਤੇਰੇ ਪਿੰਡ ਗਏ ਤਾਂ ਪਤਾ ਲੱਗਿਆ ਤੂੰ ਇੱਥੇ ਹੈ। ਮੈਂ ਆਖਿਆ ਨਾਲ ਦੇ ਪਿੰਡ ਮੇਰੀ ਕੁੜੀ ਦੇ ਸਹੁਰੇ ਨੇ, ਮੈਨੂੰ ਨਾਲ ਲੈ ਚੱਲ, ਰਾਹ 'ਚ ਤੈਨੂੰ ਵੀ ਮਿਲ ਲਵਾਂਗੇ। ਸੀਬੋ ਨੇ ਉੱਠ ਕੇ ਅੰਮਾ ਬਿਸ਼ਨੀ ਦੇ ਪੈਰੀਂ ਹੱਥ ਲਾਏ, ਗੁਲਜ਼ਾਰੇ ਦਾ ਸਿਰ ਪਲੋਸਿਆ, ਕੰਧ ਨਾਲ ਖੜਾ ਮੰਜਾ ਉਹਨਾਂ ਦੇ ਬੈਠਣ ਲਈ ਢਾਹ ਦਿੱਤਾ। ਸੱਸ ਉਹਦੀ ਉਪਰਾ ਝਾਕਦੀ ਪੁੱਛਣ ਲੱਗੀ, ਚਾਹ ਧਰਾਂ ਅੰਮਾ? ਕੋਈ ਨਹੀਂ ਅੰਮਾ, ਮੈਂ ਬਣਾ ਦੂੰਗੀ ਚਾਹ, ਸੀਬੋ ਨੇ ਕਿਹਾ। ਹੋਰ ਕੀ ਹਾਲ ਹੈ ਤੇਰਾ ਸੀਬੂ? ਅੰਮਾ ਨੇ ਪੁੱਛਿਆ। ਠੀਕ ਹੈ ਅੰਮਾ, ਸੀਬੋ ਨੇ ਕਿਹਾ। ਹੋਰ ਘਰ ਦੇ ਜੀ ਕਿੱਥੇ ਨੇ? ਅੰਮਾ ਨੇ ਪੁੱਛਿਆ। ਉਹਦੀ ਸੱਸ ਬੋਲੀ, ਹਾਕਮ ਸਿਆਂ ਸ਼ਹਿਰ ਗਿਆ ਹੋਇਆ ਹੈ, ਕੁੜੀ ਪਿੱਛੇ ਜੇ ਆ ਕੇ ਗਈ ਹੈ ਸਹੁਰਿਆਂ ਤੋਂ, ਮੁੰਡਾ ਅਜੇ ਨਿਆਣਾ ਹੈ, ਉਹ ਅਜੇ ਨਾਨਕਿਆਂ ਕੋਲ ਹੀ ਹੈ। ਤੇ ਫਿਰ ਆਪ ਹੀ ਅੱਗੇ ਕਹਿਣ ਲੱਗੀ, ਅੰਮਾ ਤੂੰ ਕਿਹੜੇ ਪਿੰਡੋਂ ਹੈ? ਮੈਂ ਬਚਨੇ ਦੀ ਤਾਈ ਦੀ ਥਾਂ। ਐਡਾ ਕੜੀ ਵਰਗਾ ਜਵਾਨ ਸੀ, ਦੇਖਿਆ ਭੁੱਖ ਲੈਂਦੀ ਸੀ, ਬਸ ਲੇਖ ਹੀ ਮਾੜੇ ਲਿਖ ਦਿੱਤੇ ਸਨ ਰੱਬ ਨੇ। ਵਿਚਾਰਾ ਲੜਾਈ 'ਚ ਮਾਰਿਆ ਗਿਆ। ਮੈਨੂੰ ਤਾਂ ਕਿਸੇ ਨੇ ਦੱਸਿਆ ਕਿ ਬਈ ਮੋਰਾਂ ਵਾਲੇ ਹਾਕਮ ਸਿੰਘ ਦੇ ਸੀਬੋ ਲੜ ਲਾਤੀ, ਬਿਸ਼ਨੀ ਅੰਮਾ ਨੇ ਕਿਹਾ। ਸੀਬੋ ਦੀ ਸੱਸ ਨੇ ਕੋਈ ਹੁੰਗਾਰਾ ਨਾ ਭਰਿਆ। ਸੀਬੋ ਨੇ ਚਾਹ ਦੇ ਗਲਾਸ ਗੁਲਜ਼ਾਰੇ ਤੇ ਅੰਮਾ ਬਿਸ਼ਨੀ ਨੂੰ ਫੜਾਏ। ਫਿਰ ਉਹਦੀ ਸੱਸ ਨੇ ਕਹਿਣਾ ਸ਼ੁਰੂ ਕਰਤਾ, ਮੇਰੇ ਘਰ 'ਚ ਕਿਸੇ ਚੀਜ਼ ਦਾ ਘਾਟਾ ਨਹੀਂ, ਬਥੇਰੇ ਸਾਕ ਆਉਂਦੇ ਸੀ ਹਾਕਮ ਸਿਉ ਨੂੰ, ਜਾਂ ਆਖੋ ਚਾਰ ਡਲਿਆਂ ਨੂੰ, ਪਰ ਮੇਰੀ ਭੈਣ ਆਖਣ ਲੱਗੀ ਸੀਬੋ ਸਾਊ ਕੁੜੀ ਹੈ, ਤੇਰਾ ਪੁੰਨ ਹੋਊ, ਤਾਂ ਮੈਂ ਇਹਦਾ ਰਿਸ਼ਤਾ ਕਬੂਲ ਕਰ ਲਿਆ। ਪਹਿਲੀ ਬਹੂ ਨੂੰ ਕੀ ਹੋ ਗਿਆ ਸੀ? ਅੰਮਾ ਬਿਸ਼ਨੀ ਨੇ ਪੁੱਛਿਆ। ਉਹ ਤਾਂ ਸੁੱਤੀ ਹੋ ਰਹਿ ਗਈ ਸੀ, ਖਬਰੇ ਦਿਲ ਫੇਲ ਹੋ ਗਿਆ ਜਾਂ ਕਿਸੇ ਭੂਤ ਪ੍ਰੇਤ ਨੇ ਝੱਫ ਲਈ, ਰੱਬ ਜਾਣੇ। ਉਹ ਵੀ ਹੱਥ ਲਾਏ ਮੈਲੀ ਹੁੰਦੀ ਸੀ। ਮੈਨੂੰ ਤਾਂ ਲੱਗਦਾ ਹਾਕਮ ਸਿੰਘ ਉਸੇ ਦੇ ਗਮ 'ਚ ਪੀਣ ਲੱਗ ਪਿਆ। ਚਲੋ ਉਹ ਜਾਣੋ, ਹੁਣ ਸੀਬੋ ਆ ਗਈ ਹੈ, ਰੱਬ ਸਭ ਕੁਝ ਠੀਕ ਕਰ ਦੂ, ਉਹਦੀ ਸੱਸ ਆਪ ਮੁਹਾਰੇ ਦੱਸੀ ਜਾ ਰਹੀ ਸੀ। ਅੰਮਾ ਨੇ ਉਮਰ ਹੰਢਾਈ ਹੋਈ ਸੀ, ਸਭ ਸਮਝਦੀ ਸੀ। ਸੀਬੋ ਦੇ ਕੁਮਲਾਏ ਮੂੰਹ ਵੱਲ ਦੇਖ ਕੇ ਉਹ ਸਮਝ ਗਈ ਕਿ ਜੇ ਸੀਬੋ ਦੇ ਨਸੀਬ ਚੰਗੇ ਹੁੰਦੇ ਤਾਂ ਬਚਨਾ ਕਾਹਨੂੰ ਮਾਰਦਾ। ਉਹ ਸੀਬੋ ਦੀ ਸੱਸ ਨੂੰ ਆਖਣ ਲੱਗੀ, ਤੂੰ ਇਸ ਨਿਕਰਮਣ ਨੂੰ ਚੰਗਾ ਹੀ ਰੱਖੀ, ਪਤਾ ਨਹੀਂ ਰੱਬ ਇਹਦੇ ਮਗਰ ਕਿਉਂ ਪੈ ਗਿਆ। ਲੈ ਹੈ, ਇਹਨੂੰ ਤਾਂ ਮੈਂ ਕਦੇ ਸੁੱਤੀ ਪਈ ਨੂੰ ਨਹੀਂ ਜਗਾਇਆ। ਹਾਕਮ ਸਿੰਘ ਤੋਂ ਪਹਿਲਾਂ ਦਾ ਹੀ ਝੋਰਾ ਨਹੀਂ ਚੱਕਿਆ ਜਾਂਦਾ। ਇਸ ਵਿਚਾਰੀ ਨੇ ਉਹਨੇ ਕੀ ਆਖਣਾ? ਸੱਸ ਨੇ ਕਿਹਾ। ਫਿਰ ਸੀਬੋ ਪੁੱਛਣ ਲੱਗੀ, ਹੋਰ ਗੁਲਜ਼ਾਰਾ ਸਿਆਂ ਤੇਰੀ ਬੇਬੇ ਤਾਂ ਠੀਕ ਹੈ? ਮਿਲਖੇ ਦਾ ਕੀ ਹਾਲ ਹੈ? ਗੁਲਜ਼ਾਰਾ ਕਹਿਣ ਲੱਗਾ, ਬੇਬੇ ਠੀਕ ਹੈ ਤੇ ਮਿਲਖਾ ਨਹੀਂ ਠੀਕ। ਕਿਉਂ, ਕੀ ਹੋਇਆ ਮਿਲਖੇ ਨੂੰ? ਸੀਬੋ ਨੇ ਪੁੱਛਿਆ। ਬੇਬੇ ਦਾ ਕਹਿਣਾ ਹੀ ਨਹੀਂ ਮੰਨਦਾ, ਲੰਡਰ ਜੇ ਮੁੰਡਿਆਂ ਨਾਲ ਤੁਰਿਆ ਫਿਰਦਾ, ਜਿਹੜੀ ਚੀਜ਼ ਹੱਥ ਲੱਗਦੀ ਹੈ ਵੇਚ ਆਉਂਦਾ, ਗੁਲਜ਼ਾਰੇ ਨੇ ਕਿਹਾ। ਕਿਤੇ ਨਸ਼ਿਆਂ 'ਚ ਤਾਂ ਨਹੀਂ ਪੈ ਗਿਆ? ਸੀਬੋ ਨੇ ਪੁੱਛਿਆ। ਹੋਰ ਕੀ, ਗੁਲਜ਼ਾਰੇ ਨੇ ਕਿਹਾ। ਇਹ ਸੁਣ ਕੇ ਸੀਬੋ ਬੜੀ ਉਦਾਸ ਹੋ ਗਈ। ਚੰਗਾ ਫਿਰ ਅਸੀਂ ਚੱਲਦੇ ਹਾਂ, ਹਨੇਰਾ ਹੋਣ ਤੋਂ ਪਹਿਲਾਂ ਪਿੰਡ ਪਹੁੰਚਣਾ। ਮੈਨੂੰ ਠੀਕ ਤਰ੍ਹਾਂ ਦਿਖਦਾ ਨਹੀਂ, ਖੜੀ ਹੁੰਦੀ ਅੰਮਾ ਬਿਸ਼ਨੀ ਨੇ ਕਿਹਾ ਤੇ ਖੀਸੇ 'ਚੋਂ 2 ਰੁਪਏ ਕੱਢ ਕੇ ਸੀਬੋ ਨੂੰ ਦਿੱਤੇ। ਸੀਬੋ ਨੇ ਮੋੜਨ ਦੀ ਕੋਸ਼ਿਸ਼ ਕੀਤੀ ਪਰ ਅੰਮਾ ਨਾ ਮੰਨੀ। ਪੈਰੀਂ ਹੱਥ ਲਾ ਕੇ ਗੁਲਜ਼ਾਰਾ ਅੰਮਾ ਬਿਸ਼ਨੀ ਦੇ ਨਾਲ ਦਰਵਾਜ਼ਾ ਲੰਘ ਆਇਆ। ਸੀਬੋ ਦੂਰ ਜਾਂਦੇ ਉਹਨਾਂ ਨੂੰ ਦੇਖਦੀ ਰਹੀ। ਇਹ ਦੇਖ ਕੇ ਉਹਦੀ ਸੱਸ ਤਪ ਕੇ ਕਹਿਣ ਲੱਗੀ, ਇਹਨਾਂ ਦਾ ਇੱਥੇ ਆਉਣ ਦਾ ਕੀ ਕੰਮ ਹੈ? ਐਵੇਂ ਹੀ ਸੂਹਾਂ ਕੱਢਦੇ ਫਿਰਦੇ ਨੇ, ਨਾਲੇ ਰਿਸ਼ਤੇ ਜਿਉਂਦਿਆਂ ਨਾਲ ਹੁੰਦੇ ਨੇ, ਹੁਣ ਸਾਡੇ ਕੀ ਲੱਗਦੇ ਨੇ? ਸੀਬੋ ਨੇ ਕੋਈ ਉੱਤਰ ਨਾ ਦਿੱਤਾ। ਜਾ ਕੇ ਫਿਰ ਕੱਪੜੇ ਧੋਣ ਲੱਗ ਪਈ। ਹਾਕਮ ਸਿੰਘ ਸ਼ਹਿਰ ਨੂੰ ਗਿਆ ਹੋਇਆ ਸੀ। ਉਹ ਸ਼ਰਾਬ ਲੈਣ ਹੀ ਸ਼ਹਿਰ ਜਾਂਦਾ ਸੀ ਤੇ ਹਨੇਰੇ ਪੈ ਮੁੜਦਾ ਸੀ, ਤਾਂ ਜੋ ਕਿਸੇ ਦੀ ਨਜ਼ਰ ਨਾ ਪਵੇ ਕਿ ਉਹਦੇ ਝੋਲੇ 'ਚ ਕੀ ਹੈ। ਕਿੰਨੇ ਦਿਨ ਉਹਦੇ ਨਾਲ ਵਾਲੇ ਘਰ ਦੀ ਕੱਢੀ ਸ਼ਰਾਬ ਲਿਆਉਂਦੇ ਰਹਿੰਦੇ। ਫਿਰ ਇੱਕ ਦਿਨ ਸ਼ਹਿਰ ਜਾ ਕੇ ਉਹ 3-4 ਬੋਤਲਾਂ ਅੰਗਰੇਜ਼ੀ ਸ਼ਰਾਬ ਦੀਆਂ ਖਰੀਦ ਲਿਆਉਂਦਾ ਤੇ ਸਾਰਿਆਂ ਲਈ ਸ਼ਰਾਬ ਦੀ ਵੀੜੀ ਲਾ ਲੈਂਦਾ। ਅੱਜ ਹਾਕਮ ਸਿੰਘ ਘਰ ਪਹੁੰਚਣ ਤੋਂ ਪਹਿਲਾਂ ਹੀ ਘੁੱਟ ਲਾ ਆਇਆ ਸੀ। ਘਰ ਆ ਕੇ ਉਹਨੇ ਬੈਠਕ 'ਚ ਝੋਲਾ ਰੱਖਿਆ ਤੇ ਅੰਦਰ ਗਲਾਸ ਲੈਣ ਚਲਾ ਗਿਆ। ਉਹ ਸੀਬੋ ਨੂੰ ਹਾਕ ਮਾਰ ਕੇ ਕਹਿਣ ਲੱਗਾ, ਐਂ ਕਰ, ਕੁਝ ਗੰਢੇ ਕੱਟ ਦੇ, ਨਿੰਬੂ ਪਾ ਕੇ ਉੱਤੇ ਲੂਣ ਭੁੱਕ ਦੇ, ਬੈਠਕ 'ਚੋਂ ਅੰਡੇ ਲਿਜਾ ਕੇ ਤੇਜ਼ ਲੂਣ ਮਿਰਚ ਪਾ ਕੇ ਭੁਰਜੀ ਬਣਾ ਦੇ। ਛੋਟੂ 10 ਅੰਡੇ ਦੇ ਕੇ ਗਿਆ, ਸਭ ਦੀ ਭੁਰਜੀ ਬਣਾ ਦੇ। ਤੇ ਇਹ ਆਖ ਕੇ ਵਾਪਸ ਬੈਠਕ 'ਚ ਜਾਣ ਲੱਗਿਆ। ਅੱਧ ਵਿਚਾਲਿਓ ਮੂੰਹ ਭੁਆ ਕੇ ਬੋਲਿਆ, ਬੈਠਕ 'ਚ ਫੜਾ ਜੀ, ਤੂੰ ਗੁੜ ਦੀ ਡਲੀ ਨਹੀਂ ਵੀ ਕੋਈ ਮੂੰਹ 'ਚ ਪਾ ਲੂਗਾ। ਇਹ ਆਖ ਕੇ ਉਹ ਬੈਠਕ ਵੱਲ ਨੂੰ ਚਲਾ ਗਿਆ। ਉਹਦੇ ਯਾਰ ਵੀ ਆਏ ਹੋਏ ਸੀ। ਪਹਿਲਾਂ ਉਹਨਾਂ ਨੇ ਗਲਾਸ ਬਿਨਾਂ ਹੀ ਪਾਣੀ ਤੋਂ ਦੇਸੀ ਸ਼ਰਾਬ ਦਾ ਪੀਤਾ। ਦਾਰਾ ਬੋਲਿਆ, ਹੁਣ ਹੋਇਆ ਕਾਂਟੇ ਤੇ,
ਹੁਣ ਤੇਰੀ ਵਲੈਤੀ ਵੀ ਰੰਗ ਦਿਖਾਊਗੀ। ਦਾਰੇ ਨੇ ਹਾਕਮ ਸਿੰਘ ਦੀ ਲਿਆਂਦੀ ਅੰਗਰੇਜ਼ੀ ਸ਼ਰਾਬ ਦੀ ਬੋਤਲ ਦਾ ਢੱਕਣ ਖੋਲ੍ਹਦਿਆਂ ਕਿਹਾ। ਪਹਿਲਾਂ ਪਾਣੀ ਤਾਂ ਆ ਲੈਣ ਦੇ, ਫੱਤਾ ਬੋਲਿਆ। ਹਾਕਮ ਸਿਓ ਜ਼ਰਾ ਭਾਬੀ ਨੂੰ ਹਾਕ ਤਾਂ ਮਾਰੀ ਵੀ ਪਾਣੀ ਲੈ ਕੇ ਆਵੇ, ਜੱਗਾ ਬੋਲਿਆ। ਉਹ ਗੰਢੇ ਕੱਟ ਰਹੀ ਹੋਣੀ ਹੈ। ਇਹ ਆਖ ਕੇ ਹਾਕਮ ਸਿੰਘ ਆਪ ਹੀ ਪਾਣੀ ਦਾ ਜੱਗ ਲੈਣ ਚਲਾ ਗਿਆ। ਇੱਕ ਹੱਥ 'ਚ ਪਾਣੀ ਦਾ ਜੱਗ, ਦੂਜੇ ਹੱਥ 'ਚ ਗੰਢਿਆਂ ਦੀ ਥਾਲੀ ਲਿਜਾਂਦਾ ਸੀਬੋ ਵੱਲ ਨੂੰ ਮੂੰਹ ਕਰਦਾ ਬੋਲਿਆ, ਭੁਰਜੀ ਤੂੰ ਫੜਾ ਜਾਈਂ। ਕੁਝ ਚਿਰ ਮਗਰੋਂ ਡਰਦੀ ਡਰਦੀ ਥਾਲੀ 'ਚ ਭੁਰਜੀ ਪਾ ਕੇ ਘੁੰਡ ਕੱਢੀ ਉਹ ਭੁਰਜੀ ਫੜਾਉਣ ਗਈ। ਲੈ ਵੀ ਹਾਕਮ ਸਿਆਂ, ਇਹ ਤਾਂ ਸਾਡੀ ਬੇਇੱਜ਼ਤੀ ਹੈ। ਭਾਬੀ ਸਾਡੇ ਤੋਂ ਘੁੰਡ ਕੱਢਦੀ ਐ, ਅਸੀਂ ਦਿਓਰ ਆ, ਜੱਗੇ ਨੇ ਕਿਹਾ। ਘੁੰਡ ਕਾਹਤੋਂ ਕੱਢਿਆ ਹੋਇਆ? ਹਾਕਮ ਸਿੰਘ ਨੇ ਗੁੱਸੇ 'ਚ ਪੁੱਛਿਆ। ਦਾਰੇ ਨੇ ਹਾਕਮ ਸਿੰਘ ਨੂੰ ਭੜਕਾਉਣ ਲਈ ਕਿਹਾ, ਇਹ ਨਹੀਂ ਤੇਰਾ ਕਹਿਣਾ ਕੂਣਾ ਮੰਨਦੀ। ਹੋਰ ਗੁੱਸੇ 'ਚ ਆ ਕੇ ਹਾਕਮ ਨੇ ਥਾਲੀ ਫੜ ਕੇ ਜੱਗੇ ਨੂੰ ਫੜਾਤੀ ਤੇ ਦੂਜੇ ਹੱਥ ਨਾਲ ਸੀਬੋ ਦੇ ਸਿਰ ਦਾ ਪੱਲੂ ਖਿੱਚਿਆ ਤੇ ਆਕੜ ਕੇ ਬੋਲਿਆ, ਮੈਂ ਕਰਦਾ ਸਿੱਧੀ ਇਹਨੂੰ, ਮੈਂ ਕਢਾਉਣਾ ਘੁੰਡੇ ਨੂੰ। ਇਹ ਆਖਦਿਆਂ ਉਹਨੇ ਦੁਪੱਟਾ ਉਹਦੇ ਸਿਰ ਤੋਂ ਹੇਠਾਂ ਖਿੱਚ ਲਿਆ। ਕਾਹਲੀ ਨਾਲ ਸੀਬੋ ਪਿੱਛੇ ਮੁੜਨ ਲੱਗੀ ਤਾਂ ਹਾਕਮ ਸਿਉਂ ਨੇ ਉਹਨੂੰ ਗਲਮੇ ਤੋਂ ਫੜ ਲਿਆ ਤੇ ਝੰਜੋੜਿਆ। ਉਹਦੀ ਕੁੜਤੀ ਪਾਟ ਗਈ। ਬਾਹਾਂ ਨਾਲ ਆਪਣੇ ਆਪ ਨੂੰ ਢੱਕਦੀ ਉਹ ਪਿਛਾਂਹ ਨੂੰ ਮੁੜਨ ਲੱਗੀ। ਜਦੋਂ ਹਾਕਮ ਸਿੰਘ ਨੇ ਉਹਨੂੰ ਗੁੱਤ ਤੋਂ ਫੜ ਲਿਆ ਤੇ 2-3 ਚਪੇੜਾਂ ਜੜਤੀਆਂ, ਉਹਨੇ ਕਿਹਾ, ਬਹੁਤੀ ਨਾ ਚਾਂਬਲ, ਅਸੀਂ ਗੱਡੀ ਵੀ ਚੜਾ ਦਿੰਨੇ ਹੁੰਨੇ ਆ। ਛੱਡ ਯਾਰ ਹਾਕਮ ਸਿਆਂ, ਸਾਡੀ ਭਾਬੀ ਹੈ, ਜੱਗਾ ਕਹਿਣ ਲੱਗਾ। ਉੱਥੇ ਸਿਰਫ ਜੱਗਾ ਹੀ ਰਹਿ ਗਿਆ ਸੀ, ਬਾਕੀ ਸਭ ਰੌਲਾ ਪੈਣ ਤੇ ਖਿਸਕ ਗਏ। ਨਾ ਹਾਕਮ ਸਿਆਂ, ਇਉਂ ਨਹੀਂ ਕਰੀਦਾ, ਜੱਗੇ ਨੇ ਕਿਹਾ। ਤੂੰ ਦਫਾ ਹੋ ਜਾ ਇੱਥੋਂ, ਅੱਜ ਮੈਂ ਇਹਨੂੰ ਸਿੱਧੀ ਕਰ ਹੀ ਦਿੰਨਾ। ਇਹ ਆਖ ਕੇ ਹਾਕਮ ਸਿੰਘ ਨੇ ਪੁਰਾਣੀ ਚੁੱਕ ਲਈ, 2-3 ਉਹਦੇ ਮੋਰਾਂ 'ਚ ਮਾਰੀਆਂ। ਸਾਲੀ ਕੰਜਰ ਦੀ, ਤੂੰ ਹੂਰ ਪਰੀ ਐ, ਤੈਨੂੰ ਕਢਾਉਂਦਾ ਘੁੰਡ, ਜੇ ਤੇਰੇ ਸਾਰੇ ਲੀੜੇ ਨਾ ਪਾੜੇ। ਹਾਕਮ ਸਿੰਘ ਬੁੜਕ ਰਿਹਾ ਸੀ। ਬਹੁਤਾ ਘਸਮਾਨ ਪੈਂਦਾ ਵੇਖ ਕੇ ਜੱਗਾ ਵੀ ਖਿਸਕ ਗਿਆ। ਸੀਬੋ ਦੀ ਕੁੜਤੀ ਤਾਂ ਪਾਟ ਗਈ ਸੀ। ਜਦ ਉਹਦੀ ਹਾਕਮ ਸਿੰਘ ਸਲਵਾਰ ਘਸੀਟਣ ਲੱਗਿਆ ਤਾਂ ਇੱਕਦਮ ਉਹ ਝੁੰਝਲਾ ਗਈ ਤੇ ਹਾਕਮ ਸਿੰਘ ਨੂੰ ਮੋਢਿਆਂ ਤੋਂ ਫੜ ਕੇ ਜ਼ੋਰ ਨਾਲ ਕੰਧ 'ਚ ਮਾਰਿਆ। ਪਤਾ ਨਹੀਂ ਕਿੰਨਾ ਕੁ ਜ਼ੋਰ ਦੀ ਵੱਜਿਆ, ਲਹੂ ਦੀਆਂ ਘਰਾੜਾਂ ਚੱਲ ਪਈਆਂ। ਸੀਬੋ ਇਹ ਦੇਖ ਕੇ ਬਹੁਤ ਹੀ ਡਰ ਗਈ। ਰੌਲਾ ਗੌਲਾ ਸੁਣ ਕੇ ਬੁੜੀ ਅੰਦਰੋਂ ਆਈ ਤਾਂ ਸੀਬੋ ਆਪਣੇ ਆਪ ਨੂੰ ਸੰਭਾਲਦੀ ਸੁੰਨ ਹੋਈ ਖੜੀ ਸੀ। ਬੁੜੀ ਨੇ ਰੌਲਾ ਪਾਇਆ ਹਾਕਮ ਸਿੰਘ ਦੀ ਹਾਲਤ ਨੂੰ ਦੇਖ ਕੇ ਕਿ ਬਈ ਲੋਕੋ ਆਇਓ, ਦੇਖੋ ਹਾਕਮ ਸਿੰਘ ਨੂੰ ਕੀ ਹੋਇਆ, ਬੌੜੇ ਹੋਵੇ ਕੋਈ। ਆਵਾਜ਼ਾਂ ਸੁਣ ਕੇ ਆਲੇ ਦੁਆਲੇ ਦੇ ਲੋਕ ਆ ਗਏ। ਉਹਦੇ ਮਿੱਤਰਾਂ ਵਿੱਚੋਂ ਵੀ ਆ ਪਹੁੰਚੇ ਤੇ ਕਹਿ ਰਹੇ ਸੀ ਕਿ ਚੰਗਾ ਭਲਾ ਛੱਡ ਕੇ ਗਈ ਸੀ ਤੇ ਹੁਣੇ ਹੀ ਕੀ ਹੋ ਗਿਆ। ਬੁੜੀ ਬੋਲੀ, ਵੇ ਹਾਕਮ ਸਿਆਂ ਕੀ ਹੋਇਆ? ਕੋਈ ਬੋਲਿਆ, ਛੇਤੀ ਕਰੋ ਵੀ ਛੇਤੀ ਹਸਪਤਾਲ ਲੈ ਕੇ ਚੱਲੋ। ਉਹਦੇ ਸਿਰ ਤੇ ਸਾਫੀ ਬਲੇਟ ਕੇ ਉਹਨੂੰ ਚੁੱਕ ਕੇ ਰੇੜੇ 'ਚ ਪਾਇਆ ਤੇ ਬੁੜੀ ਨੇ ਫੇਰ ਪੁੱਛਿਆ ਕਿ ਹਾਕਮ ਸਿੰਘ ਕੀ ਹੋਇਆ ਤੈਨੂੰ? ਪਰ ਹਾਕਮ ਸਿੰਘ ਕੁਝ ਨਾ ਬੋਲਿਆ, ਬਸ ਮੂੰਹ 'ਚੋਂ ਜੀਤੋ ਹੀ ਨਿਕਲਿਆ, ਕੁੜੇ ਸੀਬੋ, ਘਰ ਕੰਨੀ ਦੇਖੀ, ਮੈਂ ਇਸ ਨਾਲ ਹਸਪਤਾਲ ਜਾਂਦੀ ਹਾਂ, ਕਹਿ ਕੇ ਬੁੜੀ ਹਾਕਮ ਸਿੰਘ ਨਾਲ ਹਸਪਤਾਲ ਲਈ ਤੁਰ ਪਈ। ਇਹਦੇ ਨਾਲ ਕੀ ਵਾਪਰਿਆ? ਇਹ ਸੋਚਦੀ ਬੁੜੀ ਆਪਣੇ ਆਪ ਨੂੰ ਆਖਣ ਲੱਗੀ ਕਿ ਹੁਣ ਜੀਤੋ ਬਦਲੇ ਲਊਗੀ। ਮੈਂ ਪਿੱਟ ਹਟੀ ਕੇ ਗਿਆ ਜੀ ਜਾ ਕੇ ਉਹਦੀ ਗੱਤ ਕਰਵਾਇਆ, ਕਮੌਤੇ ਮਰਿਆ ਦੀ ਹੋਰ ਕਿਤੇ ਗੱਤ ਨਹੀਂ ਹੁੰਦੀ। ਫਿਰ ਪਤਾ ਨਹੀਂ ਕਿਹਨੂੰ ਬੁੜੀ ਆਖਣ ਲੱਗੀ ਕਿ ਵੇ ਪਟਵਾਰੀ ਕਿਆਂ ਤੋਂ ਮੋਟਰ ਪੁੱਛ ਲੈਣੀ ਸੀ, ਛੇਤੀ ਅੱਪੜ ਜਾਂਦੇ ਹਸਪਤਾਲ। ਫੱਤਾ ਬੋਲਿਆ, ਪਤਾ ਕੀਤਾ ਸੀ, ਉਹ ਵਾਂਢੇ ਗਿਆ ਹੋਇਆ। ਹੇ ਬਾਬੇ ਸ਼ਹੀਦੋ, ਹੇ ਮਾਤਾ ਰਾਣੀ, ਹੇ ਖਵਾਜਾ ਖਿਜਰ, ਸਾਡੇ ਤੇ ਮਿਹਰ ਕਰੋ, ਹਾਕਮ ਸਿੰਘ ਦੀ ਭੁੱਲ ਬਖਸ਼ ਦਿਓ, ਇਹਨੂੰ ਜਿਉਂਦਾ ਰਹਿਣ ਦਿਓ। ਬੁੜੀ ਮਾਨੀ ਮਨ ਤਰਲੇ ਪਾ ਰਹੀ ਸੀ। ਘੰਟੇ ਮਗਰੋਂ ਜਦੋਂ ਸ਼ਹਿਰ ਹਸਪਤਾਲ ਪਹੁੰਚੇ ਤਾਂ ਹਾਕਮ ਸਿੰਘ ਦੀ ਹਾਲਤ ਹੋਰ ਵਿਗੜ ਗਈ। ਡਾਕਟਰ ਨੇ ਬਿਆਨ ਲੈਣ ਲਈ ਪੁਲਿਸ ਵੀ ਸੱਦ ਲਈ। ਡਾਕਟਰ ਨੇ ਉਹਦੇ 1-2 ਟੀਕੇ ਵੀ ਲਾਏ। ਖੂਨ ਬਹੁਤਾ ਨਿਕਲਣ ਕਰਕੇ ਉਹ ਅੱਖ ਨਹੀਂ ਸੀ ਪੁੱਟ ਰਿਹਾ। ਥਾਣੇਦਾਰ ਨੇ ਵੀ ਆ ਕੇ ਹਲੂਣ ਕੇ ਉਹਦੇ ਬਿਆਨ ਲੈਣੇ ਚਾਹੇ, ਪਰ ਉਹ ਤਾਂ ਔਖੇ ਸਾਹ ਲੈ ਰਿਹਾ ਸੀ। ਥਾਣੇਦਾਰ ਨੇ ਕੋਲ ਜਾ ਕੇ ਜ਼ੋਰ ਨਾਲ ਪੁੱਛਿਆ, ਹਾਕਮ ਸਿਆਂ ਕੀ ਹੋਇਆ ਸੀ? ਬਹੁਤ ਵਾਰੀ ਪੁੱਛਣ ਤੇ ਹਾਕਮ ਨੇ ਅੱਖ ਪੁੱਟੀ ਤੇ ਇੰਨਾ ਹੀ ਕਿਹਾ, ਜੀਤ। ਉਹ ਸ਼ਾਇਦ ਜੀਤੋ ਤੇ ਸੀਬੋ ਦਾ ਫਰਕ ਹੀ ਭੁੱਲ ਗਿਆ ਸੀ। ਸਾਰੀ ਰਾਤ ਪਿੰਡੋਂ ਆਏ ਲੋਕ ਤੇ ਹਾਕਮ ਦੀ ਮਾਂ ਉਸ ਕੋਲ ਬੈਠੇ ਰਹੇ। ਡਾਕਟਰ ਨੇ ਜ਼ਖਮ ਸੀ ਕੇ ਉਸ ਤੇ ਪੱਟੀ ਬੰਨ੍ਹਤੀ ਤੇ ਟੀਕੇ ਵੀ ਲਾਏ ਸੀ। ਸਾਰੀ ਰਾਤ ਉਹ ਜਿਵੇਂ ਮੌਤ ਨਾਲ ਲੜਦਾ ਰਿਹਾ ਤੇ ਮੂੰਹ ਨੇਰੇ ਪੂਰਾ ਹੋ ਗਿਆ। ਦਿਨ ਚੜੇ ਉਹਦਾ ਪੋਸਟਮਾਰਟਮ ਕੀਤਾ ਗਿਆ, ਪੁੱਛ ਗਿੱਛ ਕੀਤੀ ਗਈ। ਦੁਪਹਿਰ ਤੋਂ ਮਗਰੋਂ ਹੀ ਪਿੰਡ ਵਾਲੇ ਲਾਸ਼ ਲੈ ਕੇ ਪਿੰਡ ਵਾਪਸ ਆ ਗਏ। ਮਾਂ ਉਹਦੀ ਉੱਚੀ ਵੈਣ ਪਾ ਰਹੀ ਸੀ। ਲੋਕ ਇਕੱਠੇ ਹੋ ਰਹੇ ਸਨ। ਸਾਰਾ ਘਰ ਲੋਕਾਂ ਨਾਲ ਭਰ ਗਿਆ ਸੀ। ਜਣਾ ਖਣਾ ਆਖਦਾ ਸੀ ਕਿ ਏਡੀ ਛੇਤੀ ਇਹਨੂੰ ਕੀ ਹੋ ਗਿਆ? ਅਜੇ ਕੱਲ੍ਹ ਤਾਂ ਚੰਗਾ ਭਲਾ ਸੀ, ਬਸ ਆਪਣੀ ਪਹਿਲੀ ਘਰ ਵਾਲੀ ਨੂੰ ਯਾਦ ਕਰਦਾ ਸੀ। ਖਬਰੇ ਉਸੇ ਨੇ ਖਾ ਲਿਆ, ਉਹੀ ਲੈ ਗਈ ਨਾਲ। ਬੁੜੀ ਬੋਲੀ, ਮੈਂ ਬਥੇਰਾ ਪਿੱਟੀ ਵੀ ਮਲੇਰਕੋਟਲੇ ਤੋਂ ਸਿਆਣੇ ਨੂੰ ਸੱਦ ਲਿਆ, ਘਰ ਕੀਲ ਦੇਗਾ। ਇਸ ਹਾਕਮ ਨੇ ਮੇਰੀ ਇੱਕ ਨਾ ਸੁਣੀ। ਮਰੇ ਨਹੀਂ ਕਿਸੇ ਦੇ ਮਿੱਤ ਹੁੰਦੇ, ਉਸੇ ਨੇ ਕੰਧ ਨਾਲ ਪਟਕਾ ਮਾਰਿਆ ਹੁਣ, ਕਹਿੰਦੀ ਹੋ ਚੱਲ ਹੁਣ ਮੇਰੇ ਨਾਲ।
10 ਦਿਨ ਘਰ 'ਚ ਮਕਾਣਾ ਆਉਂਦੀਆਂ ਰਹੀਆਂ, ਰੋਣਾ ਪਿੱਟਣਾ ਪਿਆ ਰਿਹਾ। ਖਬਰ ਸੁਣ ਕੇ ਪ੍ਰੀਤ ਵੀ ਆ ਚੁੱਕੀ ਸੀ। ਹਾਕਮ ਦੇ ਪਹਿਲੇ ਸਹੁਰਿਆਂ ਤੋਂ ਵੀ ਮਕਾਣਾ ਆਈਆਂ, ਪਰ ਉਹਦੇ ਮੁੰਡੇ ਨੂੰ ਕੁਝ ਨਹੀਂ ਦੱਸਿਆ ਗਿਆ। ਉਹ ਸੋਚਦੇ ਸੀ ਨਿਆਣਾ ਹੌਲ ਜਾਊਗਾ। ਸੀਬੋ ਦੇ ਪੇਕਿਆਂ ਤੋਂ ਮਕਾਣਾ ਆਈਆਂ। ਉੱਥੇ ਜਨਾਨੀਆਂ ਕਹਿੰਦੀਆਂ ਰਹੀਆਂ ਕਿ ਇਸ ਸੀਬੋ ਚੰਦਰੀ ਦੇ ਭਾਗ ਹੀ ਮਾੜੇ ਨੇ, ਟਿਕਾਣਾ ਵੀ ਰੱਬ ਨੇ ਖੋਹ ਲਿਆ। ਭੋਗ ਪੈਣ ਮਗਰੋਂ ਦੂਜੇ ਤੀਜੇ ਦਿਨ ਸੀਬੋ ਦਾ ਭਾਈ ਤੇ ਮਾਂ ਆ ਗਏ। ਉਹਨਾਂ ਨੇ ਸੀਬੋ ਦੀ ਸੱਸ ਨੂੰ ਪੁੱਛਿਆ, ਅੰਮਾ ਅਸੀਂ ਸੀਬੋ ਨੂੰ ਲੈ ਜਾਈਏ 2-4 ਦਿਨਾਂ ਲਈ? ਬੁੜੀ ਰੋਂਦੀ ਬੋਲੀ, ਸ਼ਰਾਬੀ ਕਬਾਬੀ ਜਿਹੋ ਜਿਹਾ ਵੀ ਸੀ ਜਿਉਂਦਾ ਰਹਿੰਦਾ, ਇਸ ਨਿਕਰਮਣ ਨੂੰ ਇੱਥੇ ਰੱਖ ਕੇ ਮੈਂ ਕੀ ਕਰੂੰਗੀ? ਛੋਟਾ ਮੋਟਾ ਕੋਈ ਜਵਾਕ ਹੁੰਦਾ ਉਹਦੇ ਸਿਰ ਤੇ ਦਿਨ ਕੱਟ ਲੈਂਦੀ, ਹੁਣ ਇੱਥੇ ਰੱਖ ਕੇ ਮੈਂ ਇਹ ਤੋਂ ਕੀ ਕਰਵਾਉਣਾ? ਸੀਬੋ ਨੂੰ ਸਮਝ ਲੱਗ ਰਹੀ ਸੀ ਕਿ ਸ਼ਾਇਦ ਬੁੜੀ ਸੋਚਦੀ ਹੋਏਗੀ ਕਿ ਸੀਬੋ ਜ਼ਮੀਨ 'ਚੋਂ ਹਿੱਸਾ ਮੰਗੇ, ਚੁੱਲ੍ਹੇ 'ਚ ਜਾਵੇ ਹਿੱਸਾ, ਮੈਂ ਕੀ ਕਰਨਾ ਹਿੱਸਾ। ਇੱਕ ਭੈੜੇ ਸੁਪਨੇ ਵਾਂਗ ਹਾਕਮ ਸਿੰਘ ਨਾਲ ਗੁਜ਼ਾਰੀ ਜ਼ਿੰਦਗੀ ਨੂੰ ਉਹ ਯਾਦ ਵੀ ਨਹੀਂ ਸੀ ਕਰਨਾ ਚਾਹੁੰਦੀ। ਇਸ ਲਈ ਬਿਨਾਂ ਕੁਝ ਕਹੇ, ਬਿਨਾਂ ਕੁਝ ਲਏ ਉਹਨੇ ਮਾਂ ਤੇ ਭਰਾ ਨਾਲ ਪੇਕੇ ਆਉਣ ਵੇਲੇ ਬੁੜੀ ਨੂੰ ਮੱਥਾ ਟੇਕਿਆ, ਪਰ ਬੁੜੀ ਨੂੰ ਸਮਝ ਨਹੀਂ ਸੀ ਲੱਗ ਰਹੀ ਕਿ ਉਹ ਸੀਬੋ ਨੂੰ ਕਿਹੜੀ ਅਸੀਸ ਦੇਵੇ। ਪਤਾ ਨਹੀਂ ਕਿਉਂ ਰੱਬ ਉਹਦੇ ਐਡਾ ਵੈਰ ਪੈ ਗਿਆ ਸੀ ਤੇ ਚੁੱਪ-ਚਾਪ ਉਹ ਪੇਕੀ ਆ ਗਈ। ਉਹਦੇ ਚਲੀ ਜਾਣ ਮਗਰੋਂ ਜੱਗੇ ਨੇ ਬੁੜੀ ਨੂੰ ਕਿਹਾ ਕਿ ਅੰਮਾ ਜੇ ਤੂੰ ਰਾਜੀ ਹੋਵੇਂ ਤਾਂ ਮੈਂ ਸੀਬੋ ਤੇ ਚਾਦਰ ਪਾਉਣ ਨੂੰ ਤਿਆਰ ਹਾਂ। ਇਸ ਪਿੰਡ 'ਚ ਰਹੂਗੀ ਤਾਂ ਔਖ ਸੌਖ ਵੇਲੇ ਤੇਰੇ ਹੀ ਕੰਮ ਆਊਗੀ। ਬੁੜੀ ਖਿੱਚ ਕੇ ਕਹਿਣ ਲੱਗੀ, ਇਸ ਨਕਰਮਣ ਨੇ ਤਾਂ ਮੇਰਾ ਪੁੱਤ ਖਾ ਲਿਆ। ਹੋਰ 4 ਸਾਲਾਂ ਨੂੰ ਮੈਂ ਹਾਕਮ ਦੇ ਪੁੱਤ ਨੂੰ ਇੱਥੇ ਲਿਆ ਕੇ ਵਿਆਹ ਕਰ ਦੇਣਾ ਜੇ ਰੱਬ ਨੇ ਚਾਹਿਆ। ਮੁੜ ਕੇ ਘਰ ਵਸ ਜੂ। ਨਾਲੇ ਜੱਗਿਆ ਹਾਕਮ ਨੂੰ ਖਰਾਬ ਤੇਰੇ ਵਰਗਿਆਂ ਨਹੀਂ ਕੀਤਾ ਸੀ। ਇਹ ਸੁਣ ਕੇ ਜੱਗਾ ਚੁੱਪਚਾਪ ਘਰ ਚਲਾ ਗਿਆ। ਆਪਣੇ ਘਰ ਵਾਲੇ ਤੇ ਸੱਸ ਨਾਲ ਸੀਬੋ ਨੂੰ ਦੇਖ ਕੇ ਸੀਬੋ ਦੀ ਭਰਜਾਈ ਤੇ ਜਿਵੇਂ 7 ਘੜੇ ਪਾਣੀ ਦੇ ਪੈ ਗਏ। ਸੋਚਣ ਲੱਗੀ ਫੇਰ ਸਾਡੇ ਦਾਦਾ ਲੱਗੀ। ਪੇਕੀ ਆ ਕੇ ਸੀਬੋ ਸਾਰਾ ਦਿਨ ਘਰ ਦੇ ਕੰਮਾਂ 'ਚ ਲੱਗੀ ਰਹਿੰਦੀ। ਕਦੇ ਘਰ ਸੰਭਰਦੀ, ਕਦੇ ਭਾਂਡੇ ਮਾਂਜਦੀ, ਕਦੇ ਕੱਪੜੇ ਧੋਂਦੀ, ਕਦੇ ਰੋਟੀ ਟੁੱਕ ਕਰਦੀ, ਕਦੇ ਡੰਗਰ ਸਾਂਭਦੀ। ਫੇਰ ਵੀ ਉਹਦੀ ਭਰਜਾਈ ਸਿੱਧੇ ਮੂੰਹ ਨਾਲ ਗੱਲ ਨਾ ਕਰਦੀ। ਸੀਬੋ ਲਈ ਕਦੇ ਦਰੀਆਂ ਬੁਣਨ ਦਾ, ਕਦੇ ਕਣਕ ਸਵਾਰਨ ਦਾ, ਕਦੇ ਕਪਾਹ ਵੇਲਣ ਦਾ ਕੰਮ ਤਿਆਰ ਪਿਆ ਰਹਿੰਦਾ। ਥੱਕ ਟੁੱਟ ਕੇ ਉਹ ਮੰਜੇ ਤੇ ਡਿੱਗਦੀ ਬੇਹੋਸ਼ੀ ਵਰਗੀ ਨੀਂਦ 'ਚ ਡੁੱਬ ਜਾਂਦੀ। ਕਦੇ ਕਦੇ ਸਾਰੀ ਰਾਤ ਉਹਨੂੰ ਨੀਂਦ ਹੀ ਨਾ ਆਉਂਦੀ। ਉਹਦੀ ਆਪਣੀ ਕਹਾਣੀ ਫਿਲਮ ਵਾਂਗ ਉਹਦੇ ਅੱਖਾਂ ਅੱਗੋਂ ਲੰਘਦੀ ਤੇ ਉਹ ਜਿਵੇਂ ਆਪਣੇ ਆਪ ਤੋਂ ਪੁੱਛਦੀ, ਸੀਬੋ ਤੂੰ ਕਾਹਦੇ ਲਈ ਇਸ ਜੱਗ ਤੇ ਆਈ ਹੈ? ਬਿਧ ਮਾਤਾ ਨੇ ਤੇਰੇ ਕਿਹੋ ਜਿਹੇ ਲਿਖ ਦਿੱਤੇ ਨੇ? ਤੇਰਾ ਕਿਧਰੇ ਵੀ ਕੋਈ ਘਰ ਨਹੀਂ, ਕਿਧਰੇ ਵੀ ਕੋਈ ਆਪਣਾ ਨਹੀਂ। ਕਹਿੰਦੇ ਨੇ 84 ਲੱਖ ਜੂਨਾਂ ਭੋਗ ਕੇ ਬੰਦੇ ਦੀ ਜੂਨ ਮਿਲਦੀ ਹੈ। ਇਹੋ ਜਿਹੀ ਤੇਰੇ ਵਰਗੀ ਜੂਨ ਰੱਬ ਕਿਸੇ ਨੂੰ ਨਾ ਦੇਵੇ। ਮਾਂ ਤੇਰੀ ਅੱਡ ਤੈਨੂੰ ਦੇਖ ਦੇਖ ਕੇ ਝੂਰਦੀ ਰਹਿੰਦੀ ਹੈ। ਕੌਣ ਸੀ ਹਾਕਮ ਸਿੰਘ? ਕਿਹੜੇ ਜਨਮਾਂ ਦਾ ਹਿਸਾਬ ਕਿਤਾਬ ਸੀ ਉਸ ਨਾਲ ਤੇਰਾ? ਉਦੋਂ ਤੇਰੇ 'ਚ ਇੰਨਾ ਜ਼ੋਰ ਕਿੱਥੋਂ ਆ ਗਿਆ ਸੀ ਜਦੋਂ ਹਾਕਮ ਤੇਰੇ ਕੱਪੜੇ ਪਾੜਨ ਲੱਗਾ ਸੀ? ਤੂੰ ਹੀ ਤਾਂ ਉਹਦਾ ਸਿਰ ਕੰਧ ਨਾਲ ਪਟਕਾ ਕੇ ਮਾਰਿਆ ਸੀ। ਪਰ ਉਹਨੇ ਪੁਲਿਸ ਨੂੰ ਤੇਰਾ ਨਾਂ ਲੈਣ ਦੀ ਥਾਂ ਜੀਤੋ ਦਾ ਨਾਂ ਕਿਉਂ ਦੱਸਿਆ? ਸ਼ਾਇਦ ਉਹਨੂੰ ਲੱਗਿਆ ਹੋਵੇ ਕਿ ਉਹਨੂੰ ਜੀਤੋ ਨੇ ਮਾਰਿਆ ਸੀ। ਜੀਤੋ ਨਹੀਂ ਸੀਬੋ ਬਣ ਕੇ ਉਹ ਤੋਂ ਬਦਲਾ ਲਿਆ ਹੋਣਾ, ਜਾਂ ਫਿਰ ਅਰਧ ਬੇਹੋਸ਼ੀ 'ਚ ਸੀਬੋ ਦੇ ਰੂਪ 'ਚ ਜੀਤੋ ਹੀ ਦਿਸੀ ਹੋਵੇ। ਸੀਬੋ ਨੂੰ ਮੁੜ-ਮੁੜ ਖਿਆਲ ਆਉਂਦਾ ਕਿ ਪਹਿਲੇ ਵੇਲਿਆਂ 'ਚ ਜੰਮਦੀ ਧੀ ਨੂੰ ਤੌਲੇ 'ਚ ਪਾ ਕੇ ਹੱਥ ਪੂਣੀ ਫੜਾ ਕੇ ਮੂੰਹ ਨੂੰ ਗੁੜ ਦੀ ਰੋੜੀ ਲਾ ਕੇ ਇਹ ਆਖ ਕੇ ਧਰਤੀ 'ਚ ਦੱਬ ਦਿੱਤਾ ਜਾਂਦਾ ਸੀ, ਇਹ ਆਖ ਕੇ ਧੀਏ ਗੁੜ ਖਾਈ ਪੂਣੀ ਕੱਤੀ, ਆਪ ਨਾਈ ਵੀਰ ਨੂੰ ਕੱਤੀ। ਸ਼ਾਇਦ ਧੀ ਦੇ ਲੇਖਾਂ ਬਾਰੇ ਸੋਚ ਕੇ ਹੀ ਉਹਦੀ ਹੋਂਦ ਤੇ ਹੋਣੀ ਨਾਲ ਜੁੜੇ ਤਸੀਹਿਆਂ ਨੂੰ ਕਿਆਸ ਕਰਕੇ ਉਹਦੀ ਕਹਾਣੀ ਇੱਥੇ ਖਤਮ ਕਰ ਦਿੱਤੀ ਜਾਂਦੀ ਸੀ। ਤੇਰੀ ਮਾਂ ਨੇ ਇਉਂ ਕਿਉਂ ਨਾ ਕੀਤਾ ਤੇ ਹੁਣ ਤੇਰੇ ਨਾਲ ਉਹ ਵੀ ਤੇਰੇ ਬਾਰੇ ਸੋਚ ਕੇ ਅੰਦਰ ਹੀ ਅੰਦਰ ਝੂਰ ਰਹੀ ਹੈ। ਸ਼ਾਇਦ ਇਹ ਉਹਦੇ ਕਸੂਰ ਕਰਕੇ ਕਿ ਉਹਨੇ ਤੈਨੂੰ ਜੰਮਦੀ ਨੂੰ ਕਿਉਂ ਨਾ ਮਾਰਿਆ। ਸ਼ਾਇਦ ਉਹ ਸਮਝਦੀ ਹੋਣੀ ਹੈ ਕਿ ਜੀਵ ਹੱਤਿਆ ਪਾਪ ਹੁੰਦਾ, ਪਰ ਕੌਣ ਜਾਣਦਾ ਹੈ ਕਿ ਪੁੰਨ ਕੀ ਹੁੰਦਾ, ਪਾਪ ਕੀ ਹੁੰਦਾ। ਦਿਨ ਹਮੇਸ਼ਾ ਵਾਂਗ ਚੜ੍ਹਦਾ, ਹਮੇਸ਼ਾ ਵਾਂਗ ਛਿਪ ਜਾਂਦਾ। ਸੀਬੋ ਕੋਲੂ ਦੇ ਬੈਲ ਵਾਂਗ ਸਿਰ ਸੁੱਟੀ ਸਾਰਾ ਦਿਨ ਕੰਮ ਧੰਦਿਆਂ 'ਚ ਲੱਗੀ ਰਹਿੰਦੀ। ਭਰਜਾਈ ਨੂੰ ਵੀ ਹੁਣ ਉਹਦੀਆਂ 2 ਰੋਟੀਆਂ ਨਹੀਂ ਸੀ ਚੁੱਭਦੀਆਂ। ਕਿਸੇ ਲਾਗਣ ਤੱਥਣ ਤੋਂ ਵੀ ਕੰਮ ਕਰਾਉਂਦੀ, ਉਹਨੂੰ ਵੀ ਤਾਂ ਕੁਛ ਨਾ ਕੁਛ ਦੇਣਾ ਪੈਂਦਾ। ਸੀਬੋ ਤਾਂ ਘਰ ਦੀ ਕੁੜੀ ਸੀ, ਉਹਨੂੰ ਕਾਹਦੇ ਲਈ ਕੁਛ ਦੇਣਾ ਸੀ। ਇੱਕ ਦਿਨ ਸੀਬੋ ਨੂੰ ਤਾਪ ਚੜ ਗਿਆ। ਉਹਦੀ ਮਾਂ ਜਾ ਕੇ ਹਕੀਮ ਕੋਲ ਦਵਾ ਦੀਆਂ ਪੁੜੀਆਂ ਲੈ ਆਈ। ਸੀਬੋ ਨੂੰ ਲੱਗਦਾ ਖਬਰਾਂ ਬਚਣਾ ਮੈਨੂੰ ਤਾਪ ਦੇ ਬਹਾਨੇ ਲੈਣ ਹੀ ਆ ਜਾਏ। 2 ਕੁ ਦਿਨ ਮਗਰੋਂ ਹਕੀਮ ਦੀਆਂ ਪੁੜੀਆਂ ਨਾਲ ਹੀ ਉਹਦਾ ਤਾਪ ਲੈ ਗਿਆ, ਪਰ ਉਹਦੀ ਸੱਤਿਆਈ ਜਿਵੇਂ ਮੁੱਕ ਗਈ ਸੀ। ਪੈਰ ਕਿਹੜਾ ਪੁੱਟਿਆ ਜਾਂਦਾ ਸੀ। ਕੱਲ ਦੇ ਉਹਦੀ ਭਰਜਾਈ ਨੇ ਕੱਪੜੇ ਭਿਉਂ ਕੇ ਰੱਖੇ ਸੀ। ਸੀਬੋ ਨੇ ਖਿੰਡਦੇ ਜੇ ਅੰਗਾਂ ਨੂੰ ਜਿਵੇਂ ਇਕੱਠਾ ਕੀਤਾ, ਹੌਲੀ ਹੌਲੀ ਕੱਪੜੇ ਧੋਣ ਲੱਗੀ। ਮਾਂ ਉਹਦੀ ਨੇ ਰੋਕਿਆ ਵੀ ਕਿ ਆਖੇ ਕੋਈ ਨਹੀਂ, ਉਹਦੇ ਹੱਥ ਘਸ ਦੇ, ਆਪੇ ਧੋ ਲਊਗੀ। ਪਰ ਬਹੂ ਉਲਟਾ ਉਸ ਵੱਲ ਕੌੜ ਕੇ ਝਾਕੀ।
ਸੀਬੋ ਨੇ ਹੌਲੀ-ਹੌਲੀ ਕੱਪੜੇ ਧੋ ਦਿੱਤੇ। ਮਾਂ ਨੇ ਨਿਚੋੜ ਕੇ ਕੱਪੜੇ ਸੁੱਕਣੇ ਪਾ ਦਿੱਤੇ। ਭਰਜਾਈ ਉਹਦੀ ਕੱਪੜਿਆਂ ਵੱਲ ਹੱਥ ਕਰਕੇ ਬੋਲੀ, ਨਹੀਂ ਚੱਜ ਨਾਲ ਧੋਣੇ ਸੀ, ਪਏ ਰਹਿਣ ਦਿੰਦੀ, ਵਾਧੂ ਸੋਡਾ ਸਾਬਣ ਖਰਾਬ ਕੀਤਾ, ਕੱਪੜੇ ਜਮਾਂ ਨਹੀਂ ਨਿਖਰੇ। ਸੀਬੋ ਚੁੱਪ ਹੀ ਰਹੀ। ਉਹਦੀ ਮਾਂ ਨੇ ਵੀ ਕੋਈ ਜਵਾਬ ਨਾ ਦਿੱਤਾ। ਉਹਨੇ ਸੋਚਿਆ, ਜੇ ਮੈਂ ਕੁਝ ਆਖਾਂਗੀ ਤਾਂ ਆਥਣੇ ਮੁੰਡੇ ਨੂੰ ਪਤਾ ਨਹੀਂ ਕੀ ਸਿਖਾਊਗੀ। ਉੱਪਰੋਂ ਵੀ ਕਿਹੜਾ ਠੰਡੇ ਸੁਭਾਅ ਦਾ, ਨਿੱਕੀ ਨਿੱਕੀ ਗੱਲ ਤੇ ਵਾਲਾਂ ਨੂੰ ਆਉਂਦਾ। ਪਤਾ ਨਹੀਂ ਤੀਵੀਆਂ ਕੀ ਸਿਰ 'ਚ ਪਾ ਦਿੰਦੀਆਂ ਨੇ। ਬੰਦਾ ਹੋਰ ਦਾ ਹੋਰ ਹੀ ਹੋ ਜਾਂਦਾ, ਭੁੱਲ ਹੀ ਜਾਂਦਾ ਵੀ ਇਹ ਮੇਰੀ ਮਾਂ ਹੈ ਜਿਹਨੇ ਪਾਲ ਕੇ ਵੱਡਾ ਕੀਤਾ। ਧੰਨਵਾਦ। ਅੰਗ 13ਵਾਂ। 2 ਕੁ ਸਾਲ ਮਗਰੋਂ ਇੱਕ ਦਿਨ ਪ੍ਰੀਤ ਆਈ। ਉਹਨੂੰ ਦੇਖ ਕੇ ਸੀਬੋ ਵੀ ਹੈਰਾਨ ਹੋਈ ਤੇ ਉਹਦੇ ਘਰ ਵਾਲੇ ਵੀ। ਉਹਨੇ ਸੀਬੋ ਨੂੰ ਦੱਸਿਆ ਕਿ ਉਹਦੀ B.Ed ਵੀ ਹੋ ਗਈ ਤੇ ਨੌਕਰੀ ਵੀ ਲੱਗ ਗਈ ਹੈ। ਮਾਸੀ ਚੱਲ ਕੇ ਤੂੰ ਮੇਰੇ ਕੋਲ ਰਹਿ। ਬਹੁਤ ਵਾਰੀ ਮੈਨੂੰ ਤੇਰਾ ਖਿਆਲ ਆਉਂਦਾ। ਤੇਰੇ ਨਾਲ ਰੱਬ ਨੇ ਜ਼ੁਲਮ ਕੀਤਾ। ਮੇਰਾ ਵੀ ਵਿਆਹ ਕਰਨ ਨੂੰ ਚਿੱਤ ਨਹੀਂ ਕਰਦਾ ਵੀ ਕਾਹਨੂੰ ਜੰਜਾਲ ਗਲ ਪਾਉਣਾ। ਤੂੰ ਮੇਰੇ ਕੋਲ ਰਹੇਂਗੀ ਤਾਂ ਮੈਨੂੰ ਕਾਸੇ ਦਾ ਫਿਕਰ ਨਹੀਂ ਰਹੂਗਾ। ਸੀਬੋ ਨੇ ਕੋਈ ਉੱਤਰ ਨਾ ਦਿੱਤਾ, ਸੋਚਾਂ 'ਚ ਘਿਰ ਗਈ। ਪ੍ਰੀਤ ਨੇ ਚਾਹ ਪੀਂਦਿਆਂ ਉਹਦੀ ਭਰਜਾਈ ਤੇ ਮਾਂ ਸਾਹਮਣੇ ਕਿਹਾ ਕਿ ਮਾਸੀ ਨੂੰ ਆਪਣੇ ਨਾਲ ਲਿਜਾਣ ਲਈ ਆਈ ਹਾਂ। ਇਹ ਸੁਣ ਕੇ ਭਰਜਾਈ ਖਿਝ ਕੇ ਆਖਣ ਲੱਗੀ ਕਿ ਕੀ ਗੱਲ, ਉੱਥੇ ਤੈਨੂੰ ਕੰਮ ਕਰਨ ਵਾਲੀ ਮਾਈ ਨਹੀਂ ਇੱਥੇ ਆਉਂਦੀ ਵੀ ਸੀਬੋ ਨੂੰ ਲੈ ਕੇ ਜਾਣਾ। ਪ੍ਰੀਤ ਇਹ ਸੁਣ ਕੇ ਹੈਰਾਨ ਹੋ ਗਈ, ਕਹਿਣ ਲੱਗੀ ਕਿ ਮਾਸੀ ਨੂੰ ਮੈਂ ਮਾਈ ਦੀ ਥਾਂ ਥੋੜੇ ਲੈ ਕੇ ਜਾਣਾ। ਇੱਥੇ ਆਪਣੇ ਘਰ ਇੱਜ਼ਤ ਨਾਲ ਤਾਂ ਬੈਠੀ ਹੈ, ਇਹਦੀਆਂ 2 ਰੋਟੀਆਂ ਸਾਨੂੰ ਨਹੀਂ ਚੁੱਭਦੀਆਂ, ਭਰਜਾਈ ਨੇ ਕਿਹਾ। ਸੀਬੋ ਦੀ ਮਾਂ ਸਮਝਦੀ ਸੀ ਕਿ ਸੀਬੋ ਸਾਰਾ ਦਿਨ ਘਰ ਦਾ ਕੰਮ ਕਰਦੀ ਰਹਿੰਦੀ ਹੈ। ਭਰਜਾਈ ਨੇ ਇਸੇ ਲਈ ਇਹ ਆਖਿਆ ਸੀ। ਪ੍ਰੀਤ ਨੇ ਕਿਹਾ ਕਿ ਚੰਗਾ ਮਾਸੀ, ਸਲਾਹ ਕਰ ਲਈ। ਆਖ ਕੇ ਪ੍ਰੀਤ ਸੀਬੋ ਵੱਲ ਝਾਕਣ ਲੱਗੀ। ਰਾਤ ਵੇਲੇ ਸੀਬੋ ਨੇ ਪ੍ਰੀਤ ਨੂੰ ਪੁੱਛਿਆ ਕਿ ਕੈਨੇਡਾ ਵਾਲਾ ਮੁੰਡਾ ਆਇਆ ਹੋਇਆ ਹੈ। ਪ੍ਰੀਤ ਨੇ ਦੱਸਿਆ ਕਿ ਹਾਂ, ਉਹ ਆਇਆ ਹੋਇਆ। 1-2 ਵਾਰੀ ਪ੍ਰਿੰਸੀਪਲ ਨੂੰ ਨਾਲ ਲੈ ਕੇ ਮਿਲਣ ਵੀ ਆਇਆ। ਉਂਝ ਤਾਂ ਉਹ ਠੀਕ ਠਾਕ ਲੱਗਦਾ, ਪਰ ਵਿਆਹ ਤੋਂ ਮੈਨੂੰ ਡਰ ਲੱਗਦਾ। ਵਿਆਹ ਕਰਾ ਕੇ ਮੇਰੀ ਮਾਂ ਨਾਲ ਕੀ ਹੋਇਆ, ਮੇਰੇ ਨਾਲ ਕੀ ਹੋਇਆ ਤੇ ਤੇਰੇ ਨਾਲ ਕੀ ਹੋਇਆ। ਸੀਬੋ ਨੇ ਕਿਹਾ, ਪ੍ਰੀਤ ਚੰਗਾ ਚਾਹੇ ਮਾੜਾ, ਵਿਆਹ ਤੋਂ ਮਗਰੋਂ ਤੀਵੀਂ ਦਾ ਆਪਣਾ ਇੱਕ ਘਰ ਤਾਂ ਹੁੰਦਾ ਹੈ। ਚੰਗੀ ਭਾਵੇਂ ਮਾੜੀ, ਸਿਰ ਤੇ ਛੱਤ ਤਾਂ ਹੁੰਦੀ ਹੈ, ਲੋਕਾਂ ਨੂੰ ਡਰ ਤਾਂ ਹੁੰਦਾ ਹੈ, ਨਾਲੇ ਬਹੁਤਾ ਔਖਾ ਹੁੰਦਾ ਸਾਰੀ ਉਮਰ ਇਕੱਲਿਆਂ ਕੱਟਣਾ ਔਰਤ ਦਾ। ਪ੍ਰੀਤ ਕਹਿਣ ਲੱਗੀ, ਪਰ ਮਾਸੀ ਮੈਂ ਸੋਚਦੀ ਹਾਂ ਮਾੜੇ ਬੰਦੇ ਨਾਲ ਕੱਟਣ ਨਾਲੋਂ ਤਾਂ ਚੰਗਾ ਇਕੱਲੀ ਹੀ ਜ਼ਿੰਦਗੀ ਕੱਟਣਾ। ਸੀਬੋ ਨੂੰ ਸਮਝਾਉਣ ਲੱਗੀ, ਨਹੀਂ ਪ੍ਰੀਤ, ਇਹ ਤਾਂ ਆਪਣੇ ਆਪਣੇ ਕਰਮ ਹੁੰਦੇ ਨੇ, ਸਾਰੀ ਦੁਨੀਆ ਤਾਂ ਨਹੀਂ ਮਾੜੀ। ਜਿੰਨੇ ਦਿਨ ਮੈਂ ਬਚਨੇ ਨਾਲ ਕੱਟੇ ਉਹ ਵਿਆਹ ਵਰਗੇ ਦਿਨ ਸੀ। ਆਪਣੀ ਕਿਸਮਤ ਤੇ ਭਰੋਸਾ ਰੱਖ, ਜੇ ਬੰਦਾ ਠੀਕ ਲੱਗਦਾ ਤਾਂ ਵਿਆਹ ਕਰਾ ਲੈ। ਨਾਲੇ ਵੀਰ ਤੇਰਾ ਨਿਆਣਾ ਹੈ, ਬਾਪ ਤੇਰਾ ਸਿਰ ਤੇ ਨਹੀਂ, ਤੇਰੇ ਨਾਲ ਖੜਨ ਜੋਗਾ ਤਾਂ ਕੋਈ ਨਹੀਂ। ਕੱਲੀ ਤੀਵੀਂ ਦਾ ਇਕੱਲੇ ਰਹਿਣਾ ਸੌਖਾ ਵੀ ਨਹੀਂ। ਨਹੀਂ ਮਾਸੀ, ਬੰਦੇ ਕਿਸੇ ਦਾ ਵੀ ਇਤਬਾਰ ਨਹੀਂ ਹੁੰਦਾ। ਮੇਰਾ ਹੁਣ ਕੰਡਿਆਂ 'ਚ ਹੱਥ ਪਾਉਣ ਨੂੰ ਜੀ ਨਹੀਂ ਕਰਦਾ। ਵੀਰੇ ਨੂੰ ਮੈਂ ਆਪਣੇ ਕੋਲ ਪੜ੍ਹਨ ਲਾ ਲੈਣਾ। ਜੇ ਔਰਤ ਤਕੜੀ ਹੋਵੇ ਤਾਂ ਫਿਰ ਕਿਸੇ ਦੀ ਜੁਰਤ ਨਹੀਂ ਹੁੰਦੀ, ਪ੍ਰੀਤ ਨੇ ਕਿਹਾ। ਨਹੀਂ ਪ੍ਰੀਤ, ਜ਼ਮਾਨਾ ਬਹੁਤ ਮਾੜਾ ਹੈ, ਸੀਬੋ ਨੇ ਕਿਹਾ। ਨਹੀਂ ਮਾਸੀ, ਬਥੇਰੀਆਂ ਔਰਤਾਂ ਹੈਗੀਆਂ ਨੇ ਜੋ ਕੱਲੀਆਂ ਨੌਕਰੀਆਂ ਕਰਦੀਆਂ ਨੇ ਤੇ ਜੁਰਤ ਨਾਲ ਰਹਿੰਦੀਆਂ ਨੇ, ਪ੍ਰੀਤ ਨੇ ਕਿਹਾ। ਸੀਬੋ ਹੈਰਾਨ ਹੋਈ ਪ੍ਰੀਤ ਵੱਲ ਦੇਖ ਰਹੀ ਸੀ ਤੇ ਅਗਲੇ ਹੀ ਦਿਨ ਪ੍ਰੀਤ ਵਾਪਸ ਚਲੀ ਗਈ। ਸੀਬੋ ਸੋਚਦੀ, ਦਿਨ ਮਹੀਨੇ ਤੇ ਵਰ੍ਹੇ ਆਉਂਦੇ ਤੇ ਲੰਘ ਜਾਂਦੇ ਨੇ। ਕੋਈ ਦਿਨ ਉਹਨੂੰ ਬੜਾ ਅਜੀਬ ਜਿਹਾ ਲੱਗਦਾ ਕਿ ਕਿਵੇਂ ਲੋਕ ਹੱਸੀ ਜਾਂਦੇ ਨੇ, ਕਿਵੇਂ ਲੋਕ ਗੱਲਾਂ ਕਰੀ ਜਾਂਦੇ ਨੇ। ਜਦੋਂ ਕੋਈ ਮਰ ਜਾਂਦਾ ਹੈ 2-4 ਦਿਨ ਮਗਰੋਂ ਉਹ ਭੁੱਲ ਭੁਲਾ ਜਾਂਦਾ। ਫਿਰ ਉਹਨੂੰ ਖਿਆਲ ਆਉਂਦਾ ਕਿ ਮੈਂ ਜਿਸ ਦਿਨ ਮਰੀ ਮਾਂ ਤੋਂ ਬਿਨਾਂ ਕਿਸੇ ਨੂੰ ਕੋਈ ਫਰਕ ਨਹੀਂ ਪੈਣਾ। ਮਾਂ ਸਿਰਫ ਇਹੀ ਕਹੇਗੀ ਕਿ ਚੰਦਰੀ ਜਿਹੋ ਜੀ ਦੁਨੀਆ ਤੇ ਆਈ, ਉਹੀ ਜੀ ਇਸ ਦੁਨੀਆ ਤੋਂ ਤੁਰ ਗਈ। ਚੱਲ ਚੰਗਾ, ਗਾਂਹ ਜਾ ਕੇ ਬਚਨੇ ਨੂੰ ਪੁੱਛਾਂਗੀ ਕਿ ਤੂੰ ਜੇ ਮੇਰੇ ਨਾਲ ਇਹੋ ਜਿਹੀ ਕਰਨੀ ਸੀ ਫਿਰ ਮੈਨੂੰ ਵਿਆਹ ਕੇ ਕਾਹਦੇ ਲਈ ਲਿਆਇਆ ਸੀ। ਫਿਰ ਸੀਬੋ ਦਾ ਮਨ ਕਰਦਾ, ਕਾਸ਼ ਮੈਂ ਉੱਥੇ ਜਾਵਾਂ ਜਿੱਥੇ ਬਚਨਾ ਲੜਾਈ 'ਚ ਮਾਰਿਆ ਗਿਆ ਸੀ। ਉਸੇ ਦਾ ਕਰੰਗ ਅਜੇ ਉੱਥੇ ਹੀ ਪਿਆ ਹੋਏਗਾ। ਰੱਬ, ਜੇ ਤੂੰ ਕਿਧਰੇ ਮਿਲ ਜਾਵੇਂ ਤਾਂ ਤੈਨੂੰ ਮੈਂ ਪੁੱਛਾਂਗੀ ਕਿ ਜੇ ਪੱਤਾ ਵੀ ਤੇਰੇ ਹੁਕਮ ਤੋਂ ਬਿਨਾਂ ਨਹੀਂ ਹਿੱਲਦਾ ਤਾਂ ਫਿਰ ਜੋ ਮੇਰੇ ਨਾਲ ਬੀਤਿਆ ਕਿ ਉਹ ਸਭ ਕੁਝ ਤੇਰੇ ਹੁਕਮ ਨਾਲ ਨਹੀਂ ਹੋਇਆ। ਤੂੰ ਤੀਵੀਂ ਦੀ ਜੂਨ 'ਚ ਪੈ ਕੇ ਤਾਂ ਦੇਖ ਰੱਬਾ। ਇੰਨੇ ਨੂੰ ਹਾਕਮ ਦੇ ਪਿੰਡੋਂ ਲੰਬੜਦਾਰ ਤੇ ਪਟਵਾਰੀ ਆ ਗਏ। ਸੀਬੋ ਦੇ ਭਾਈ ਨੇ ਚਾਹ ਪਾਣੀ ਦੇਣ ਮਗਰੋਂ ਪੁੱਛਿਆ ਕਿ ਕਿਵੇਂ ਆਉਣਾ ਹੋਇਆ। ਪਟਵਾਰੀ ਨੇ ਦੱਸਿਆ ਕਿ ਅਸੀਂ ਹਾਕਮ ਸਿੰਘ ਦੀ ਜ਼ਮੀਨ ਬਾਰੇ ਗੱਲ ਕਰਨ ਆਏ ਹਾਂ। ਭਾਈ ਨੇ ਪੁੱਛਿਆ ਕਿ ਕੀ ਗੱਲ ਕਰਨ ਆਏ ਹੋ। ਕਾਨੂੰਨ ਦੇ ਲਿਹਾਜ਼ ਨਾਲ ਉਹਦੀ ਜ਼ਮੀਨ 'ਚ ਬੀਬੀ ਨਸੀਬ ਕੌਰ ਦਾ ਵੀ ਹਿੱਸਾ ਬਣਦਾ, ਪਰ ਹਾਕਮ ਸਿੰਘ ਦੀ ਮਾਂ ਦਾ ਕਹਿਣਾ ਹੈ ਕਿ ਜ਼ਮੀਨ ਹਾਕਮ ਸਿੰਘ ਦੇ ਮੁੰਡੇ ਦੇ ਨਾਂ ਕਰ ਦਿੱਤੀ ਜਾਵੇ, ਕਿਉਂਕਿ ਕੁੜੀ ਨੇ ਜ਼ਮੀਨ ਤੋਂ ਹਿੱਸਾ ਲੈਣ ਤੋਂ ਇਨਕਾਰ ਕਰ ਦਿੱਤਾ। ਹਾਕਮ ਸਿੰਘ ਦੀ ਮਾਂ ਦਾ ਇਹ ਵੀ ਕਹਿਣਾ ਕਿ ਜਦ ਨਸੀਬ ਕੌਰ ਇੱਥੇ ਰਹਿੰਦੀ ਨਹੀਂ ਤਾਂ ਨਾ ਹੀ ਉਹਦਾ ਕੋਈ ਜਵਾਕ ਹੈ ਤਾਂ ਉਹਦਾ ਹੱਕ ਕਾਹਦਾ ਹੋਇਆ, ਪਰ ਕਾਨੂੰਨ ਦੇ ਲਿਹਾਜ਼ ਨਾਲ ਉਹਦਾ ਹੱਕ ਬਣਦਾ।
ਅਸੀਂ ਤਾਂ ਇਹੀ ਆਖਣ ਆਏ ਹਾਂ ਕਿ ਸਾਊ ਆਪਣੇ ਹਿੱਸੇ ਦੀ ਜ਼ਮੀਨ ਲੈ ਲੈ, ਫਿਰ ਭਾਵੇਂ ਵੇਚ ਦੇ। ਬੈਠਕ ਦੇ ਅੰਦਰ ਬਾਹਰ ਸੀਬੋ ਨੂੰ ਇਹ ਗੱਲਾਂ ਸੁਣਾਈ ਦੇ ਰਹੀਆਂ ਸੀ। ਉਹਦਾ ਭਰਾ ਉਸ ਕੋਲ ਪੁੱਛਣ ਆਇਆ ਤਾਂ ਉਹਨੇ ਸਾਫ਼ ਕਹਿ ਦਿੱਤਾ ਕਿ ਮੈਨੂੰ ਕੁਛ ਨਹੀਂ ਚਾਹੀਦਾ। ਲੰਬੜਦਾਰ ਨੇ ਫੇਰ ਕਿਹਾ, ਸਾਊ ਇੱਕ ਵਾਰੀ ਫੇਰ ਸੋਚ ਲੈ। ਸੀਬੋ ਦਾ ਉਹੀ ਜਵਾਬ ਸੀ। ਲੰਬੜਦਾਰ ਨੇ ਕਿਹਾ ਕਿ ਫਲਾਣੇ ਦਿਨ ਤੁਹਾਨੂੰ ਤਹਿਸੀਲਦਾਰ ਦੇ ਸਾਹਮਣੇ ਬਿਆਨ ਦੇਣੇ ਪੈਣਗੇ, ਤੁਸੀਂ ਆ ਜਾਇਓ। ਸੀਬੋ ਨੇ ਹਾਂ ਕਰਤੀ। ਲੰਬੜਦਾਰ ਤੇ ਪਟਵਾਰੀ ਖੁਸ਼ ਮੁੜੇ ਜਾ ਰਹੇ ਸਨ ਕਿ ਹੁਣ ਆਪਾਂ ਹਾਕਮ ਸਿੰਘ ਦੀ ਮਾਂ ਨੂੰ ਆਖ ਸਕਦੇ ਹਾਂ ਕਿ ਅਸੀਂ ਨਸੀਬ ਕੌਰ ਨੂੰ ਮਸਾ ਮਨਾਇਆ ਕਿ ਜ਼ਮੀਨ ਤੇ ਆਪਣਾ ਹੱਕ ਛੱਡ ਦੇਵੇ, ਹੁਣ ਸਾਨੂੰ ਇਨਾਮ ਦੇਣ ਲੱਗੀ ਕੰਜੂਸੀ ਨਾ ਕਰੇ। ਉਹਨਾਂ ਦੇ ਜਾਣ ਮਗਰੋਂ ਸੀਬੋ ਨੂੰ ਲੱਗਿਆ ਕਿ ਹਾਕਮ ਸਿੰਘ ਨਾਲ ਅਸਲ 'ਚ ਮੇਰਾ ਕੋਈ ਰਿਸ਼ਤਾ ਸੀ ਹੀ ਨਹੀਂ। ਮੇਰੀ ਭਰਜਾਈ ਨੇ ਮੈਨੂੰ ਮੱਲੋ ਜ਼ੋਰੀ ਹਾਕਮ ਦੇ ਨਾਲ ਤੋਰ ਦਿੱਤਾ। ਉਹ ਭਾਵੇਂ ਜੀਤੋ ਦਾ ਨਾਂ ਲੈ ਰਿਹਾ ਸੀ, ਪਰ ਕੰਧ ਨਾਲ ਪਟਕਾ ਕੇ ਤਾਂ ਮੈਂ ਮਾਰਿਆ ਸੀ। ਸਾਨੂੰ ਹੱਥੋਂ ਪਾਈ ਹੁੰਦਾ ਏ ਦੇਖ ਉਹਦਾ ਮਿੱਤਰ ਭਾਵੇਂ ਫਟਾਫਟ ਖਿਸਕ ਗਿਆ ਸੀ। ਹਾਕਮ ਸਿੰਘ ਨੇ ਮੈਨੂੰ ਬੇਇੱਜ਼ਤ ਕਰਨ 'ਚ ਕੋਈ ਕਸਰ ਨਹੀਂ ਛੱਡੀ ਸੀ। ਉਹ ਤਾਂ ਮੇਰੀ ਇੱਜ਼ਤ ਲਾਉਣਾ ਚਾਹੁੰਦਾ ਸੀ। ਹੈਰਾਨੀ ਦੀ ਗੱਲ ਕਿ ਉਦੋਂ ਮੇਰੇ 'ਚ ਇੰਨਾ ਜ਼ੋਰ ਪਤਾ ਨਹੀਂ ਕਿੱਥੋਂ ਆ ਗਿਆ ਸੀ ਕਿ ਮੈਂ ਉਹਨੂੰ ਕੰਧ ਨਾਲ ਪਟਕਾ ਕੇ ਮਾਰਿਆ। ਅਸਲ 'ਚ ਮੈਂ ਉਹਨੂੰ ਕੱਪੜੇ ਪਾੜਨ ਤੋਂ ਰੋਕਣਾ ਚਾਹੁੰਦੀ ਸੀ, ਪਰ ਰੱਬ ਦੇ ਬੰਦੇ ਨੇ ਕਿਸੇ ਕੋਲ ਵੀ ਮੇਰਾ ਨਾਂ ਨਹੀਂ ਲਿਆ। ਬਾਰ-ਬਾਰ ਸੀਬੋ ਸੋਚਦੀ ਕਿ ਰੱਬ ਨੇ ਕਾਹਤੋਂ ਦੁਨੀਆ ਤੇ ਮੈਨੂੰ ਭੇਜਿਆ। ਫਿਰ ਆਪੇ ਹੀ ਉਹਦਾ ਮਨ ਜਵਾਬ ਦਿੰਦਾ ਕਿ ਉਹ ਤਾਂ ਸ਼ਾਇਦ ਕਿਸੇ ਨੂੰ ਵੀ ਪਤਾ ਨਹੀਂ ਹੁੰਦਾ ਕਿ ਉਹ ਕਿਉਂ ਦੁਨੀਆ ਤੇ ਆਉਂਦਾ। ਜਿਨ੍ਹਾਂ ਲੋਕਾਂ ਦੇ ਨਾਲ ਕੁਝ ਖਾਸ ਨਹੀਂ ਵਾਪਰਦਾ, ਉਹ ਵੀ ਤਾਂ ਦੁਨੀਆ 'ਚ ਆ ਕੇ ਦੁਨੀਆਦਾਰੀ ਪੂਰੀ ਕਰਕੇ ਅਖੀਰ ਨੂੰ ਚੱਲ ਵਸਦੇ ਨੇ। ਸਮਾਂ ਲੰਘ ਰਿਹਾ ਸੀ। ਗੁਲਜ਼ਾਰਾ ਵੱਡਾ ਹੋ ਗਿਆ ਸੀ। ਪਤਾ ਲੱਗਿਆ ਕਿ ਮਿਲਖਾ ਨਸ਼ੇ ਕਰਨ ਲੱਗ ਪਿਆ। ਬਾਈ ਦੇ ਮਰਨ ਮਗਰੋਂ ਉਹਨੂੰ ਕੋਈ ਡਰ ਨਹੀਂ ਸੀ ਰਿਹਾ। ਕਹਿੰਦੇ ਨੇ ਗੁਲਜ਼ਾਰੇ ਨੇ ਬੜਾ ਕਲੇਸ਼ ਕੀਤਾ ਸੀ ਜਿਸ ਦਿਨ ਸਾਡੇ ਵਾਲਾ ਘਰ ਵੇਚਿਆ ਗਿਆ ਸੀ। ਕਾਫੀ ਸਮਾਂ ਲੰਘ ਗਿਆ ਸੀ ਬਚਨੇ ਨੂੰ ਮਰਿਆ, ਪਰ ਸੀਬੋ ਨੂੰ ਅੱਜ ਵੀ ਕੱਲ੍ਹ ਦੀ ਗੱਲ ਲੱਗ ਰਹੀ ਸੀ ਜਦੋਂ ਆਖਦਾ ਹੁੰਦਾ ਸੀ ਕਿ ਮੈਂ ਮੁੜ ਕੇ ਫੌਜ 'ਚ ਨਹੀਂ ਜਾਣਾ, ਤੇ ਉਹਨੇ ਸਾਬਣ ਘੋਲ ਕੇ ਪੀ ਲਿਆ ਸੀ। ਸੀਤੋ ਦੇ ਘਰ ਵਾਲੇ ਦੇ ਸਮਝਾਉਣ ਤੇ ਉਹ ਫੌਜ 'ਚ ਜਾਣ ਲਈ ਤਿਆਰ ਹੋ ਗਿਆ ਸੀ। ਆਖਦਾ ਸੀ ਕਿ ਸੀਬੋ ਮੈਂ ਛੇਤੀ ਮੁੜ ਆਊਂਗਾ। ਹੁਣ ਸੀਬੋ ਦੇ ਕਾਲੇ ਸ਼ਾਹ ਵਾਲਾਂ 'ਚ ਕਿਤੇ-ਕਿਤੇ ਚਿੱਟੇ ਵੀ ਦਿਸਣ ਲੱਗ ਪਏ ਸਨ। ਨਿੱਕੇ-ਨਿੱਕੇ ਜਵਾਕ ਵੱਡੇ ਹੋ ਗਏ ਸਨ। ਗੁਲਜ਼ਾਰੇ ਦਾ ਤਾਂ ਮੰਗਣਾ ਵੀ ਹੋ ਗਿਆ ਸੀ, ਪਰ ਬਚਣਾ ਨਹੀਂ ਆਇਆ। ਉਹਨੇ ਕਿੱਥੋਂ ਆਉਣਾ ਸੀ? ਖਬਰੇ ਕਿੱਧਰ ਨੂੰ ਲੰਘ ਗਿਆ ਸੀ ਉਹ। ਸੀਬੋ ਦੇ ਪਿੰਡ 'ਚ ਕਿਸੇ ਦੇ ਘਰ ਜਦੋਂ ਮਰਗ ਹੁੰਦੀ ਤਾਂ ਸੀਬੋ ਕਈ ਦਿਨ ਉਹਨਾਂ ਘਰ ਬੈਠਣ ਜਾਂਦੀ ਰਹਿੰਦੀ ਤੇ ਮਰਨ ਵਾਲੇ ਦੇ ਬਹਾਨੇ ਉਹ ਆਪਣਾ ਦੁੱਖ ਰੋਂਦੀ ਰਹਿੰਦੀ। ਸਮਾਂ ਇਉਂ ਲੰਘਦਾ ਜਾ ਰਿਹਾ ਸੀ। ਇੱਕ ਦਿਨ ਚੋਖਾ ਦਿਨ ਚੜ੍ਹ ਜਾਣ ਮਗਰੋਂ ਵੀ ਬਿਸ਼ਨੀ ਅੰਮਾ ਦੇ ਘਰ ਦਾ ਦਰਵਾਜ਼ਾ ਅੰਦਰੋਂ ਬੰਦ ਹੀ ਪਿਆ ਸੀ ਤਾਂ ਸਾਰਿਆਂ ਨੂੰ ਅਜੀਬ ਲੱਗਿਆ। ਉਹ ਤਾਂ ਵੀਹੀ 'ਚ ਸਭ ਤੋਂ ਪਹਿਲਾਂ ਉੱਠਦੀ ਸੀ। ਮੂੰਹ ਨੇਰੇ ਘਰ ਦੇ ਕਿੰਨੇ ਹੀ ਕੰਮ ਨਿਪਟਾ ਲੈਂਦੀ ਸੀ। ਨਿਹਾਲ ਕੌਰ ਨੇ ਜੈਕੁਰ ਨੂੰ ਹਾਕ ਮਾਰੀ ਤੇ ਕਹਿਣ ਲੱਗੀ, ਅੱਜ ਅੰਮਾ ਬਿਸ਼ਨੀ ਉੱਠੀ ਨਹੀਂ, ਸੁੱਖ ਹੋਵੇ ਸਹੀ, ਕਿਤੇ ਰੱਬ ਨੂੰ ਪਿਆਰੀ ਤਾਂ ਨਹੀਂ ਹੋ ਗਈ। ਨਾਲੇ ਸ਼ੇਰੂ ਅੱਜ ਲੱਗਦਾ ਕੁੜੀ ਕੋਲੋਂ ਮੁੜਿਆ ਨਹੀਂ ਹੋਣਾ। ਨਹੀਂ ਇਉਂ ਕਾਹਨੂੰ ਆਖਦੀ ਐ, ਉਹ ਤਾਂ ਵੀਹੀ ਦੀ ਰੌਣਕ ਹੈ। ਭਾਵੇਂ ਸਾਰਾ ਦਿਨ ਗਾਲਾਂ ਕੱਢਦੀ ਰਹਿੰਦੀ ਹੈ, ਪਰ ਕਦੇ ਕਿਸੇ ਦਾ ਮਾੜਾ ਤਾਂ ਨਹੀਂ ਕੀਤਾ। ਬੁੜੇ ਮਰੇ ਨੂੰ ਤਾਂ ਜੁਗੜੇ ਬੀਤ ਗਏ, ਕੱਲੀ ਨਹੀਂ ਘਰ ਸਾਂਭਿਆ, ਬਸ ਬੁਰਜ ਢਾਉਣ ਵਾਲੀ ਖੁਨਾਮੀ ਉਹ ਤੋਂ ਹੀ ਹੋ ਗਈ ਸੀ, ਪਰ ਮੁੜ ਆਪੇ ਉਸੇ ਨੇ ਬਣਵਾਇਆ, ਜੈਕੁਰ ਨੇ ਕਿਹਾ। ਉਦੋਂ ਬਚਨੀ ਦਾ ਮੁੰਡਾ ਲਾਲ ਸਿੰਘ ਬਾਹਰ ਕੰਨਿਓ ਆਉਂਦਾ ਦਿਖਿਆ ਤਾਂ ਜੈਕੁਰ ਨੇ ਉਹਨੂੰ ਹਾਕ ਮਾਰ ਕੇ ਕਿਹਾ, ਲਾਲ ਸਿਆਂ, ਕੋਠੇ ਉੱਪਰ ਦੀ ਜਾ ਕੇ ਅੰਮਾ ਬਿਸ਼ਨੀ ਦੇ ਵਿਹੜੇ 'ਚ ਉਤਰ ਕੇ ਕੁੰਡਾ ਤਾਂ ਖੋਲੀ, ਦੇਖੀਏ ਤਾਂ ਸਹੀ ਗੱਲ ਕੀ ਆ। ਲਾਲ ਸਿੰਘ ਆਪਣੇ ਡੰਡਿਆਂ ਵਾਲੀ ਪੌੜੀ ਚੜ੍ਹ ਕੇ ਕੋਠੇ ਤੋਂ ਹੁੰਦਾ ਹੋਇਆ ਅੰਮਾ ਬਿਸ਼ਨੀ ਦੀ ਪੌੜੀ ਰਾਹੀਂ ਉਹਦੇ ਵਿਹੜੇ 'ਚ ਜਾ ਕੇ ਉਤਰ ਗਿਆ ਤੇ ਅੰਦਰੋਂ ਜਾ ਕੇ ਦਰਵਾਜ਼ਾ ਖੋਲ੍ਹਤਾ। ਨਿਹਾਲ ਕੌਰ ਤੇ ਜੈਕੁਰ ਨੇ ਅੰਦਰਲਾ ਦਰਵਾਜ਼ਾ ਧੱਕ ਕੇ ਖੋਲ੍ਹਿਆ ਤੇ ਆਪਣੇ ਮੰਜੇ ਤੇ ਸਿੱਧੀ ਸਤੋਰ ਖੇਸ ਲਈ ਪਈ ਸੀ। ਮੂੰਹ ਨੰਗਾ ਕਰਕੇ ਦੇਖਿਆ ਗਿਆ, ਉਹਦਾ ਪਿੰਡਾ ਭੱਠਾਂ ਨੂੰ ਤਪ ਰਿਹਾ ਸੀ ਤੇ ਉਹ ਬੇਸੁਰਤ ਪਈ ਸੀ। ਜੈਕੁਰ ਨੇ ਉਹਨੂੰ ਪਿੱਠ ਪਿੱਛੇ ਬਾਂਹ ਲਾ ਕੇ ਬੈਠੀ ਕਰਕੇ ਮੂੰਹ ਨੂੰ ਪਾਣੀ ਲਾਇਆ ਤੇ ਗਿੱਲਾ ਕੱਪੜਾ ਕਰਕੇ ਉਹਦੇ ਹੱਥਾਂ ਪੈਰਾਂ ਤੇ ਫੇਰਿਆ ਤਾਂ ਥੋੜੀ ਜਿਹੀ ਸੁਰਤ ਸੰਭਾਲਦਿਆਂ ਅੰਮਾ ਬਿਸ਼ਨੀ ਨੇ ਪੁੱਛਿਆ, ਕੁੜੇ ਕੀ ਹੋ ਗਿਆ ਸੀ ਮੈਨੂੰ? ਕਦੇ ਅੱਗੇ ਨਾ ਪਿੱਛੇ, ਰਾਤ ਮੈਨੂੰ ਤੁਹਾਡਾ ਬਾਬਾ ਜੀ ਦੱਸਿਆ। ਨਿਹਾਲ ਕੌਰ ਹੱਸ ਪਈ, ਅੰਮਾ ਬਾਬਾ ਜੀ ਨੂੰ ਆਖੀ ਤੈਨੂੰ ਲੈਣ ਨਾ ਆ ਜੇ ਕਿਤੇ, ਸਾਡਾ ਨਹੀਂ ਸਰਦਾ ਤੇਰੇ ਬਿਨਾਂ। ਇੰਨੇ ਨੂੰ ਭਜੋ ਵੀ ਆ ਗਈ ਤੇ ਆਖਣ ਲੱਗੀ, ਏਡੀ ਛੇਤੀ ਨਹੀਂ ਇਹ ਮਰਦੀ, ਇਹਨਾਂ ਤਾਂ ਜਵਾਨੀ ਪਹਿਰੇ ਕਿਸੇ ਨੂੰ ਟਿੱਚ ਨਹੀਂ ਸੀ ਜਾਣਿਆ। ਗੱਲ ਖਾਸੀ ਪੁਰਾਣੀ ਹੈ। ਅੰਮਾ ਬਿਸ਼ਨੀ ਨੂੰ ਰੰਡੀ ਹੋਇਆ ਸਾਲ ਵੀ ਨਹੀਂ ਸੀ ਹੋਇਆ ਜਦੋਂ ਇੱਕ ਦਿਨ ਕੁੜੀ ਦੇ ਸਹੁਰਿਆਂ ਸਾਡੇ ਪ੍ਰਾਹੁਣੇ ਆ ਗਏ। ਮੈਂ ਸੋਚਿਆ ਸਗੇ ਰੱਤਿਆਂ ਕੋਲ ਕਿੱਥੇ ਮੰਜਾ ਡਾਊਂਗੀ। ਪਿਛਲੀ ਕੋਠੜੀ 'ਚ ਦਾਣੇ ਪਏ ਸੀ, ਸਾਰਾ ਟੱਬਰ ਸੁਭਾਅ 'ਚ ਹੀ ਸੌਂਦਾ ਸੀ। ਮੈਂ ਬਿਸ਼ਨੀ ਦੇ ਘਰ ਹੀ ਪੈ ਗਈ।
ਬਾਹਰਲੀ ਬੀਹੀ ਵਾਲੇ ਮੈਂਗਲ ਦੇ ਘਰ ਦੀ ਪਿੱਠ ਅੰਮਾਂ ਦੇ ਘਰ ਦੀ ਪਿੱਠ ਨਾਲ ਲੱਗਦੀ ਸੀ। ਇੱਕ ਦਿਨ ਸਵੇਰੇ ਮੂੰਹ ਹਨੇਰੇ ਮੈਂਗਲ ਆਪਣੀ ਪੌੜੀ ਚੜ੍ਹ ਕੇ ਕੋਠੇ ਹੁੰਦਾ ਇਹਦੀ ਪੌੜੀ ਉਤਰ ਕੇ ਵਿਹੜੇ 'ਚ ਆ ਗਿਆ। ਉਹਨੂੰ ਨਹੀਂ ਸੀ ਪਤਾ ਕਿ ਅੰਦਰ ਮੈਂ ਵੀ ਸੁੱਤੀ ਹੋਈ ਸੀ। ਹੌਲੀ ਹੌਲੀ ਆਵਾਜ਼ਾਂ ਮਾਰੇ, ਬਿਸ਼ਨ ਕੁਰੇ। ਇਹਨੇ ਪਛਾਣ ਲਿਆ। ਤਖਤੇ ਕੋਲ ਇੱਕ ਡੰਡੋਰਕਾ ਖੜਾ ਸੀ, ਜਿਹੜਾ ਮੱਝਾਂ ਨੂੰ ਚੌਣੇ ਛੱਡਣ ਜਾਂਦੀ ਹੱਥ 'ਚ ਫੜ ਕੇ ਲੈ ਜਾਂਦੀ ਹੁੰਦੀ ਸੀ। ਉਸੇ ਨੂੰ ਬਿਸ਼ਨੀ ਦਾ ਹੱਥ ਪੈ ਗਿਆ। ਆ ਨਾ ਦੇਖਿਆ ਤਾੜ ਮੈਂਗਲ ਦੇ ਡੰਡੇ ਵਰਸਾਉਣ ਲੱਗ ਪਈ, ਨਾਲੇ ਗਾਲਾਂ ਦੇਈ ਜਾਂਦੀ, ਰੁੜ ਜਾਣਿਆ ਬੇੜੀ ਬੈਠੇ ਤੇਰੀ, ਆ ਤੈਨੂੰ ਦੱਸਾਂ ਬਿਸ਼ਨਕੁਰੇ ਦਾ ਪਤਾ। ਉਹਨੇ ਭੱਜ ਕੇ ਜਾਨ ਬਚਾਈ। ਇੰਨੇ ਨੂੰ ਮੈਂ ਵੀ ਬਾਹਰ ਆ ਗਈ। ਇੱਕ ਦੋ ਜਣੀਆਂ ਵੀਹੀ ਦੀਆਂ ਵੀ ਆ ਗਈਆਂ। ਫੇਰ ਤਾਂ ਬਿਸ਼ਨੀ ਨੇ ਉੱਚੀ ਉੱਚੀ ਸਭ ਨੂੰ ਸੁਣਾ ਕੇ ਗਾਲਾਂ ਕੱਢੀਆਂ ਕਿ ਰਹੇ ਰੱਬ ਦਾ ਨਾਂ। ਫੇਰ ਤਾਂ ਇਹਨੂੰ ਤਰੀਕਾ ਹੀ ਲੱਭ ਗਿਆ। ਆਨੀ ਬਹਾਨੀ ਹਰੇਕ ਦੇ ਗਲ ਪੈ ਜਾਇਆ ਕਰੇ। ਕੁੱਤਿਆਂ ਬਿੱਲਿਆਂ ਵਿੱਚ ਦੀ ਇਹ ਗਾਲਾਂ ਲੋਕਾਂ ਨੂੰ ਸੁਣਾਇਆ ਕਰੇ। ਔਤ ਜਾਣਿਓ ਸਾਂਭੇ ਤੁਹਾਨੂੰ ਰੱਬ, ਫੁੱਟ ਜਾਣ ਤੁਹਾਡੀਆਂ ਅੱਖਾਂ, ਕੀੜੇ ਪੈ ਕੇ ਮਰੋ। ਅਗਲਿਆਂ ਨੇ ਕੰਨ ਵਲੇਟ ਕੇ ਛੇਤੀ ਦੇ ਕੇ ਲੰਘ ਜਾਣਾ। ਫਿਰ ਲੋਕਾਂ ਨੂੰ ਲੱਗਿਆ ਵੀ ਇਹ ਨਿਰੀ ਝਿੰਗ ਹੈ, ਇਹਦੇ ਨਹੀਂ ਕੋਈ ਨੇੜੇ ਲੱਗ ਸਕਦਾ। ਇਉਂ ਉਹਨੇ ਆਪਣਾ ਵਕਤ ਕੱਟਿਆ। ਲਵੇਰੀ ਮੱਝ ਜ਼ਰੂਰੀ ਰੱਖਦੀ ਸੀ, ਜਿਹਦੇ ਸਿਰ ਤੇ ਡੰਗ ਟਪਾਉਂਦੀ, ਵੱਟਾਂ ਤੋਂ ਕੱਖ ਖੋਤ ਲਿਆਉਂਦੀ, ਖੇਤ 'ਚ ਚਰੀ ਵੱਢ ਲਿਆਉਂਦੀ। ਫਿਰ ਕਿਸੇ ਦੀ ਹਿੰਮਤ ਨਾ ਪਈ ਨੇੜੇ ਖੰਘ ਵੀ ਜਾਏ। ਭਰਾ ਵੀ ਇਹਦਾ ਚੰਗਾ ਸੀ, ਹੁਣ ਤਾਂ ਵਿਚਾਰਾ ਮਰ ਗਿਆ। ਦੁੱਧੋਂ ਹਟੀ ਮੱਝ ਲੈ ਜਾਂਦਾ, ਦੁੱਧ ਦਿੰਦੀ ਬੰਨ ਜਾਂਦਾ ਸੀ। ਬਟਾਈ ਤੇ ਜਿਹੜੇ 4 ਮਣ ਦਾਣੇ ਆਉਂਦੇ ਸੀ, ਉਸੇ ਨਾਲ ਹੀ ਡੰਗ ਟਪਾ ਲੈਂਦੀ ਸੀ। ਔਖੀ ਸੌਖੀ ਨੇ ਆਪਣੇ ਜਵਾਕ ਪਾਲ ਲਏ, ਨਹੀਂ ਤਾਂ ਜਵਾਨ ਧੀ ਭੈਣ ਦਾ ਇਉਂ ਰੰਡੇਪਾ ਕੱਟਣਾ ਬੜਾ ਔਖਾ ਹੁੰਦਾ। ਅਕਲ ਬਥੇਰੀ ਸੀ, ਰਾਹ ਸਿਰ ਦੀ ਹਰ ਗੱਲ ਅਗਲੇ ਦੇ ਮੂੰਹ ਤੇ ਆਖ ਦਿੰਦੀ। ਹੌਲੀ ਹੌਲੀ ਇਹਨੇ ਜਾਣੀ ਬੀਹੀ ਦੇ ਸਾਰੇ ਲੋਕਾਂ ਨੂੰ ਮੂਹਰੇ ਲਾ ਲਿਆ। ਹਰ ਕਿਸੇ ਦੇ ਦੁੱਖ ਸੁੱਖ 'ਚ ਖੜਦੀ ਹੈ। ਹਰੇਕ ਨੂੰ ਜਿਵੇਂ ਇਹਦੀਆਂ ਝਿੜਕਾਂ ਦੀ ਆਦਤ ਪੈ ਗਈ ਸੀ। ਕੌੜੀ ਹੋ ਕੇ ਹੀ ਉਹਨੇ ਆਪਣਾ ਰੰਡੇਪਾ ਕੱਟ ਲਿਆ। ਆਂਢ ਗੁਆਂਢ ਦੀਆਂ ਔਰਤਾਂ ਨੂੰ ਬਿਸ਼ਨੀ ਅੰਮਾਂ ਦੀਆਂ ਗੱਲਾਂ ਤੇ ਕੌੜੇ ਸੁਭਾਅ ਦੀ ਹੌਲੀ ਹੌਲੀ ਸਮਝ ਲੱਗ ਰਹੀ ਸੀ। ਧੰਨਵਾਦ। ਅਖੀਰਲਾ ਅੰਗ 14ਵਾਂ। ਇੱਕ ਦਿਨ ਬੱਦਲ ਜੇ ਹੋਏ ਸਨ, ਕੋਈ ਕਣੀ ਦੀ ਪੈ ਰਹੀ ਸੀ। ਉਦੋਂ ਸ਼ਹਿਰ ਵੱਲ ਜਾਂਦੀ ਬੱਸ ਵਿੱਚੋਂ ਛੋਟਾ ਜਿਹਾ ਬੈਗ ਫੜੀ ਬਚਨਾ ਉਤਰਿਆ। ਉਹਦੇ ਕੋਲ ਲੰਘਦੇ ਬੰਦੇ ਨੇ ਉਹਨੂੰ ਪਹਿਚਾਣਿਆ ਨਹੀਂ। ਪਛਾਣਦਾ ਵੀ ਕਿਵੇਂ? ਇੰਨੇ ਵਰ੍ਹਿਆਂ 'ਚ ਬਚਨੇ ਦੀ ਦਾੜੀ ਕਾਲੀ ਤੋਂ ਕਰੜ ਬਰੜੀ ਹੋ ਗਈ ਸੀ। ਚਿਹਰਾ ਉਹਦਾ ਜਿਵੇਂ ਨਿਚੋੜਿਆ ਗਿਆ ਸੀ। ਹੌਲੀ ਹੌਲੀ ਤੁਰਦਾ ਉਹ ਆਪਣੇ ਘਰ ਪਹੁੰਚਿਆ। ਉੱਥੇ ਕੋਈ ਹੋਰ ਹੀ ਲੋਕ ਰਹਿੰਦੇ ਸਨ। ਇਹ ਬਚਨੇ ਦਾ ਘਰ ਨਹੀਂ? ਕੁੰਡਾ ਖੜਕਾਉਣ ਤੇ ਬਾਹਰ ਆਈ ਜਨਾਨੀ ਨੂੰ ਬਚਨੇ ਨੇ ਪੁੱਛਿਆ। ਇਹ ਥਾਂ ਤਾਂ ਮਿਲਖੇ ਤੋਂ ਅਸੀਂ ਖਰੀਦ ਲਿਆ। ਬਚਨਾ ਤਾਂ ਆਖਦੇ ਨੇ ਲੜਾਈ 'ਚ ਮਾਰਿਆ ਗਿਆ। ਉਹਦੀ ਘਰ ਵਾਲੀ ਨੂੰ ਉਹਦੇ ਪੇਕੇ ਵਾਲੇ ਲੈ ਗਏ। ਇਹ ਔਰਤ ਸ਼ਾਇਦ ਬਚਨੇ ਦੇ ਘਰ 'ਚ ਰਹਿ ਰਹੇ ਮੁੰਡੇ ਦੀ ਬਹੂ ਸੀ, ਜਿਹਦਾ ਬਚਨੇ ਨੇ ਫੌਜ 'ਚ ਜਾਣ ਮਗਰੋਂ ਵਿਆਹ ਹੋਇਆ ਸੀ। ਫਿਰ ਬਚਨਾ ਅੰਦਰਲੇ ਘਰ ਵੱਲ ਮੁੜ ਪਿਆ। ਰਾਹ 'ਚ ਬਚਨੇ ਨੂੰ ਅੰਮਾ ਬਿਸ਼ਨੀ ਮਿਲ ਗਈ ਤੇ ਬਚਨੇ ਨੇ ਉਹਦੇ ਪੈਰੀਂ ਹੱਥ ਲਾਏ। ਮੈਂ ਮਰ ਜਾ ਵੇ, ਤੂੰ ਬਚਨਾ ਹੈ। ਉਹ ਜਿਉਂਦਾ ਵਸਦਾ ਰਹੋ, ਸ਼ੁਕਰ ਹੈ ਰੱਬ ਦਾ। ਵੇ ਮੈਂ ਮਰ ਜਾ, ਤੇਰਾ ਕੀ ਹਾਲ ਹੋ ਗਿਆ? ਚੱਲ ਉਹ ਜਾਣੇ, ਸੁੱਖੀ ਸਾਂਦੀ ਤੂੰ ਆ ਗਿਆ। ਬਚਨੇ ਦੇ ਨਾਲ ਤੁਰੀ ਜਾਂਦੀ ਘਰ ਦੇ ਨੇ ਨੇੜੇ ਪਹੁੰਚ ਕੇ ਜੈਕੁਰ ਨੂੰ ਉੱਚੀ ਆਵਾਜ਼ ਦਿੰਦੀ ਅੰਮਾ ਬੋਲੀ, ਕੁੜੇ ਜੈਕੁਰੇ, ਅੱਜ ਤਾਂ ਭਾਗਾਂ ਵਾਲਾ ਦਿਨ ਚੜਿਆ। ਬਾਬੇ ਬੁਰਜ ਵਾਲੇ ਨੇ ਮਿਹਰ ਕੀਤੀ ਹੈ, ਤੂੰ ਬਾਹਰ ਆ ਕੇ ਤਾਂ ਵੇਖ ਕੌਣ ਆਇਆ। ਜੈਕੁਰ ਬਚਨੇ ਨੂੰ ਵੇਖ ਕੇ ਹੈਰਾਨ ਹੋ ਗਈ। ਮੱਥਾ ਟੇਕਦਾ ਭਾਬੀ, ਬਚਨੇ ਨੇ ਕਿਹਾ ਤੇ ਖੜਾ ਮੰਜਾ ਡਾਹ ਕੇ ਬੈਠ ਗਿਆ। ਜੈਕੁਰ ਨੇ ਬੜੀ ਮੁਸ਼ਕਲ ਨਾਲ ਪਛਾਣਿਆ ਤੇ ਮੂੰਹ ਹੈਰਾਨੀ ਨਾਲ ਨਿਕਲਿਆ, ਬਚਨਾ, ਤੇ ਫਿਰ ਉੱਚੀ ਉੱਚੀ ਰੋਣ ਲੱਗ ਪਈ। ਰੋਂਦੀ ਹੋਈ ਕਹਿਣ ਲੱਗੀ ਕਿ ਬਚਨੇ, ਆਪਾਂ ਪੱਟੇ ਗਏ, ਤੇਰਾ ਬਾਈ ਚਲਾ ਗਿਆ। ਫਿਰ ਅੱਖਾਂ ਪੂੰਝਦੀ ਕਹਿਣ ਲੱਗੀ ਕਿ ਤੂੰ ਇੱਥੇ ਹੁੰਦਾ ਫਿਰ ਉਹਨੇ ਨਹੀਂ ਸੀ ਮਰਨਾ। ਮੈਂ ਕਹਿੰਦੀ ਹਾਂ ਕਿ ਅੱਗ ਲੱਗੇ ਜ਼ਮੀਨ ਨੂੰ, ਅਸੀਂ ਮਿਹਨਤ ਮਜ਼ਦੂਰੀ ਕਰਕੇ ਡੰਗ ਟਪਾ ਲੈਂਦੇ, ਉਹ ਜਿਉਂਦਾ ਤਾਂ ਰਹਿੰਦਾ। ਪਰ ਉਹ ਤਾਂ ਬੇਇੱਜ਼ਤੀ ਤੋਂ ਡਰ ਗਿਆ ਸੀ ਵੀ ਭਲਕੇ ਪੁਲਿਸ ਆਊਗੀ ਤੇ ਫੜ ਲਊਗੀ। ਬਸ ਖੂਹ 'ਚ ਡਿੱਗ ਕੇ ਪ੍ਰਾਣ ਦੇ ਦਿੱਤੇ। ਬਚਨਾ ਇਹ ਗੱਲ ਸੁਣ ਕੇ ਸੁੰਨ ਜਿਹਾ ਹੋ ਗਿਆ। ਭਾਈ ਦੀ ਮੌਤ ਸੁਣ ਕੇ ਉਹ ਵੀ ਰੁਮਾਲ ਨਾਲ ਅੱਖਾਂ ਪੂੰਝਦਾ ਰੋਂਦਾ ਰਿਹਾ। ਇੰਨੇ ਨੂੰ ਬੀਹੀ 'ਚ ਰੌਲਾ ਪੈ ਗਿਆ ਵੀ ਬਚਨਾ ਜਿਉਂਦਾ ਤੇ ਉਹ ਘਰ ਆ ਗਿਆ। ਜਿਹੜਾ ਵੀ ਸੁਣਦਾ ਜੈਕੁਰ ਦੇ ਘਰ ਦੌੜਿਆ ਆਉਂਦਾ। ਲੋਕ ਬਚਨੇ ਨੂੰ ਜੱਫੀਆਂ ਪਾ ਮਿਲਣ, ਬੁੜੀਆਂ ਮੋਢਾ ਪਲੋਸਣ ਤੇ ਜੈਕੁਰ ਨੂੰ ਵਧਾਈਆਂ ਦੇਣ। ਨਿੱਕੇ ਨਿੱਕੇ ਜਵਾਕ ਮੇਲੇ ਵਾਂਗ ਇਕੱਠੇ ਹੋ ਗਏ। ਹਨੇਰਾ ਹੋਣ ਤੱਕ ਗੁਲਜ਼ਾਰਾ ਵੀ ਆ ਗਿਆ। ਚਾਚੇ ਦੇ ਗਲ ਲੱਗ ਕੇ ਉਹ ਭੁੱਬਾ ਮਾਰ ਕੇ ਰੋਇਆ ਤੇ ਬਚਨਾ ਵੀ ਰੋ ਪਿਆ। ਹੌਲੀ ਹੌਲੀ ਲੋਕ ਖਿੰਡ ਗਏ। ਬਚਨਾ ਘਰ ਵੱਲ ਉਪਰੀ ਨਜ਼ਰੇ ਝਾਕ ਰਿਹਾ ਸੀ।
ਉਹਦਾ ਮਨ ਕਰਦਾ ਕਿ ਭਾਬੀ ਤੋਂ ਸੀਬੋ ਬਾਰੇ ਪੁੱਛੇ, ਪਰ ਉਹਨੇ ਮਿਲਖੇ ਬਾਰੇ ਹੀ ਪੁੱਛਿਆ। ਉਹ ਸਾਲਾ ਲੰਡਰ ਕਿਸੇ ਵੈਲੀਆਂ ਦੀ ਢਾਣੀ ਨਾਲ ਜੈਕੁਰ ਦੀ ਥਾਂ ਗੁਲਜ਼ਾਰੇ ਨੇ ਖਿੱਚ ਕੇ ਉੱਤਰ ਦਿੱਤਾ। ਹੁਣ ਉਹਦਾ ਚਾਚਾ ਆ ਗਿਆ, ਆਪੇ ਕਰ ਲੂ ਲੋਟ, ਜੈਕੁਰ ਬੋਲੀ। ਜੈਕੁਰ ਬਚਨੇ ਲਈ ਚਾਹ ਬਣਾ ਲਿਆਈ। ਚਾਹ ਪੀਣ ਤੋਂ ਬਾਅਦ ਜੈਕੁਰ ਨੇ ਉਹਨੂੰ ਕਿਹਾ ਕਿ ਤੇਰੇ ਬਾਈ ਦੀ ਤਾਂ ਇਉਂ ਹੀ ਲਿਖੀ ਹੋਈ ਸੀ, ਡਾਢੇ ਅੱਗੇ ਕਿਹਦਾ ਜ਼ੋਰ, ਸ਼ੁਕਰ ਹੈ ਤੂੰ ਜਿਉਂਦਾ ਹੈ, ਅਸੀਂ ਤਾਂ ਆਸ ਹੀ ਲਾ ਬੈਠੇ ਸੀ। ਇੰਨੇ ਵਰੇ ਤੂੰ ਕਿੱਥੇ ਰਿਹਾ, ਸਾਡੀ ਯਾਦ ਵੀ ਨਾ ਆਈ ਤੈਨੂੰ। ਉਹ ਦੱਸਣ ਲੱਗਿਆ ਕਿ ਭਾਬੀ ਪਾਕਿਸਤਾਨ ਦੀ ਜੇਲ੍ਹ 'ਚ ਬੰਦ ਸੀ। ਜੈਕੁਰ ਵਿੱਚ ਹੀ ਬੋਲੀ, ਹਾਏ ਹਾਏ ਵੇ ਤੂੰ ਉੱਥੇ ਕਿਵੇਂ ਚਲਾ ਗਿਆ? ਉਹ ਦੱਸਣ ਲੱਗਿਆ ਕਿ ਮੈਂ ਸਿਆਚਿਨ 'ਚ ਜ਼ਖਮੀ ਹੋਇਆ, ਬਰਫ਼ ਤੋਂ ਰੁੜ ਗਿਆ ਸੀ ਤੇ ਉਹਨਾਂ ਦੇ ਪਾਸੇ ਪਾਕਿਸਤਾਨ 'ਚ ਜਾ ਡਿੱਗਿਆ। ਉਹ ਚੁੱਕ ਕੇ ਲੈ ਗਏ, ਪਹਿਲਾਂ ਹਸਪਤਾਲ 'ਚ ਰੱਖਿਆ, ਫਿਰ ਉਹਨਾਂ ਨੇ ਮੈਨੂੰ ਜੇਲ੍ਹ 'ਚ ਬੰਦ ਕਰਤਾ। ਜੈਕੁਰ ਕਹਿਣ ਲੱਗੀ, ਵੇ ਤੂੰ ਮਾੜੀ ਜੀ ਖਬਰ ਹੀ ਕਰ ਦਿੰਦਾ, ਅਸੀਂ ਇੰਨਾ ਰੋਂਦੇ ਕਲਪਦੇ ਤਾਂ ਨਾ। ਉੱਥੇ ਭਾਬੀ ਸਖਤ ਪਹਿਰਾ ਹੁੰਦਾ ਸੀ, ਬਚਨਾ ਬੋਲਿਆ। ਜੈਕੁਰ ਨੇ ਪੁੱਛਿਆ, ਹੁਣ ਕਿਵੇਂ ਛੱਡਤਾ ਫੇਰ? ਦੋਹਾਂ ਮੁਲਕਾਂ ਦੀਆਂ ਸਰਕਾਰਾਂ 'ਚ ਕੋਈ ਸਮਝੌਤਾ ਹੋਇਆ ਤਾਂ ਕੈਦੀਆਂ ਦੀ ਦੋਵੇਂ ਪਾਸਿਆਂ ਤੋਂ ਅਦਲਾ ਬਦਲੀ ਹੋਈ। ਮੈਂ ਤਾਂ ਇਹੀ ਸੋਚ ਲਿਆ ਸੀ ਵੀ ਮੈਂ ਪਰਾਈ ਧਰਤੀ ਤੇ ਹੀ ਮਰਾਂਗਾ, ਆਪਣੀ ਧਰਤੀ ਤੇ ਨਹੀਂ, ਬਚਨੇ ਨੇ ਦੱਸਿਆ। ਵੇ ਬਚਨਿਆ, ਸ਼ੁਕਰ ਹੈ ਤੂੰ ਜਿਉਂਦਾ ਤਾਂ ਆ ਗਿਆ, ਜੈਕੁਰ ਨੇ ਕਿਹਾ। ਇੰਨੇ ਨੂੰ ਮਿਲਖਾ ਵੀ ਆ ਗਿਆ। ਉਹਨੇ ਨਸ਼ਾ ਕੀਤਾ ਹੋਇਆ ਸੀ ਤੇ ਕਹਿਣ ਲੱਗਾ ਕਿ ਚਾਚੇ ਤੈਨੂੰ ਪਤਾ ਹੈ ਕਿ ਬਾਈ? ਮਿਲਖੇ ਦੇ ਕਹਿਣ ਤੋਂ ਪਹਿਲਾਂ ਹੀ ਬਚਨਾ ਬੋਲਿਆ, ਹਾਂ ਮੈਨੂੰ ਭਾਬੀ ਨੇ ਦੱਸ ਦਿੱਤਾ। ਮਿਲਖਾ ਫੇਰ ਕਹਿਣ ਲੱਗਾ, ਹੁਣ ਤਾਂ ਨਹੀਂ ਮੁੜ ਕੇ ਜਾਂਦਾ ਚਾਚਾ ਵਾਪਸ? ਬਚਨਾ ਜੈਕੁਰ ਵੱਲ ਮੂੰਹ ਕਰਕੇ ਪੁੱਛਣ ਲੱਗਾ, ਮੈਂ ਭਾਬੀ ਬਾਹਰਲੇ ਘਰ ਗਿਆ ਸੀ, ਉੱਥੇ ਤਾਂ ਕੋਈ ਹੋਰ ਹੀ ਰਹਿ ਰਿਹਾ। ਮਤਲਬ ਸੀ ਕਿ ਮੇਰੇ ਘਰ 'ਚ ਕੌਣ ਰਹਿ ਰਿਹਾ? ਗੱਲ ਇਹ ਹੈ ਬਚਨਿਆ ਕਿ ਮੈਂ ਮਿਲਖੇ ਨੂੰ ਵਿਆਹ ਕੇ ਬਾਹਰਲੇ ਘਰ ਅੱਡ ਕਰਤਾ ਸੀ ਵੀ ਆਪੇ ਸੁਧਰ ਜੂਗਾ। ਬਹੂ ਨੂੰ ਸ਼ਰਾਬ ਪੀ ਕੇ ਕੁੱਟਦਾ ਮਾਰਦਾ ਸੀ। ਅਗਲੀ ਦੇ ਪੇਕੇ ਫੈਸਲਾ ਕਰਕੇ ਲੈ ਗਏ, ਮਗਰੋਂ ਇਹਨੇ ਬਿਨਾਂ ਦੱਸੇ ਘਰ ਵੇਚਤਾ। ਮੈਂ ਸੋਚਿਆ ਕਿ ਬਹੁਤਾ ਕੁਛ ਕਹਾਂਗੀ, ਹੋਰ ਨਾ ਪਿਓ ਵਾਂਗੂ ਕੋਈ ਕਾਰਾ ਕਰ ਬੈਠੇ। ਜੈਕੁਰ ਨੇ ਬਚਨੇ ਨੂੰ ਨਿੰਮੋ ਝੂਣੀ ਹੋ ਕੇ ਦੱਸਿਆ। ਬਚਨਾ ਚੁੱਪ ਰਿਹਾ, ਮਨ ਹੀ ਮਨ ਉਹ ਸੀਬੋ ਨਾਲ ਗੱਲਾਂ ਕਰਦਾ ਰਿਹਾ। ਉਹਨੇ ਰੋਟੀ ਵੀ ਘੱਟ ਖਾਧੀ। ਰਾਤ ਨੂੰ ਉਹਨੂੰ ਨੀਂਦ ਨਾ ਆਈ। ਉਹ ਸੀਬੋ ਬਾਰੇ ਪੁੱਛਣਾ ਚਾਹੁੰਦਾ ਸੀ ਪਰ ਉਹਨੇ ਪੁੱਛਿਆ ਨਾ। ਅਗਲੇ ਦਿਨ ਬਚਨੇ ਨੇ ਜੈਕੁਰ ਤੋਂ ਪੁੱਛਿਆ ਵੀ ਸੀਬੋ ਆਪਣੇ ਪੇਕੀ ਹੈ? ਲੈ ਇੰਨਾ ਚਿਰ ਪੇਕੀ ਕਿਹੜਾ ਰੱਖਦਾ ਹੈ, ਤੋਰਤੀ ਸੀ ਦੁਹਾਜੂ ਨਾਲ, ਸੁਣਿਆ ਉਹ ਵੀ ਮਰ ਗਿਆ। ਆਪਣੇ ਪੇਕੀ ਆ ਗਈ ਹੋ, ਨਾਲੇ ਹੁਣ ਉਹਦਾ ਪਤਾ ਕਰਕੇ ਅਸੀਂ ਕੀ ਕਰਨਾ ਹੈ? ਨਾਲੇ ਹੁਣ ਉਹ ਜਵਾਕ ਜੰਮਣ ਜੋਗੀ ਥੋੜ੍ਹਾ, ਆਪਾਂ ਉਹ ਫੰਡਰ ਥੋੜ੍ਹੀ ਆਪਣੇ ਕਿੱਲੇ ਬੰਨਣੀ ਹੈ। ਮੇਰੇ ਭਾਈ ਦੀ ਕੁੜੀ 17-18 ਸਾਲ ਦੀ ਹੋ ਗਈ ਹੈ, ਮੈਂ ਲਿਆਉਂਗੀ ਉਹਦਾ ਰਿਸ਼ਤਾ, ਭਾਵੇਂ ਪੱਲਾ ਅੱਡ ਕੇ ਨਾ ਮੰਗਣਾ ਪਵੇ। ਤੂੰ ਕਿਹੜਾ ਹੁਣ ਬੁੜਾ ਹੋ ਗਿਆ, ਘੱਟੋ ਘੱਟ ਘਰ 'ਚ ਤੁਰੀ ਫਿਰਦੀ ਤਾਂ ਚੰਗੀ ਲੱਗੂ। ਸੀਬੋ 'ਚ ਹੁਣ ਕੀ ਰਹਿ ਗਿਆ ਹੁਣ? ਜੈਕੁਰ ਨੇ ਕਿਹਾ। ਬਚਨੇ ਨੇ ਕੋਈ ਹੁੰਗਾਰਾ ਨਾ ਭਰਿਆ। ਇੰਨੇ ਨੂੰ ਅੰਮਾ ਬਿਸ਼ਨੀ ਥਾਲੀ 'ਚ ਪ੍ਰਸ਼ਾਦ ਪਾਈ ਬਚਨੇ ਦੇ ਆਉਣ ਦੀ ਖੁਸ਼ੀ 'ਚ ਸਾਰੀ ਬੀਹੀ ਵਿਹੜੇ 'ਚ ਵੰਡ ਰਹੀ ਸੀ। ਤਾਈਓ ਤਾਂ ਉਹਨੇ ਰਾਤ ਨੂੰ ਬੁਰਜ ਦੇ ਆਲੇ 'ਚੋਂ ਦੇਸੀ ਘਿਓ ਦਾ ਦੀਵਾ ਭਰ ਕੇ ਡੰਗਿਆ ਸੀ ਤੇ ਬਾਬੇ ਬੁਰਜ ਨੂੰ 100 ਵਾਰ ਮੱਥਾ ਟੇਕਿਆ ਸੀ ਵੀ ਤੂੰ ਬਚਨੇ ਨੂੰ ਜਿਉਂਦਾ ਜਾਗਦਾ ਮੋੜ ਲਿਆਇਆ। ਤੇ ਉਹਨੇ ਕੋਲੋਂ ਲੰਘੇ ਜਾਂਦੇ ਬਚਨੇ ਨੂੰ ਹੌਲੀ ਦੇ ਕੇ ਆਖਿਆ, ਸਾਊ ਸੀਬੋ ਦਾ ਪਤਾ ਕਰ ਲਈ, ਉਸ ਵਿਚਾਰੀ ਦਾ ਕੀ ਕਸੂਰ ਹੈ। ਇਹ ਰਾਤ ਵੀ ਬਚਨੇ ਨੇ ਔਖਿਆਂ ਸੌਖਿਆਂ ਕੱਟੀ ਸੀ ਤੇ ਬੜੀ ਰਾਤ ਤੱਕ ਉਹ ਸੀਬੋ ਬਾਰੇ ਹੀ ਸੋਚਦਾ ਰਿਹਾ ਸੀ। ਅਗਲੇ ਦਿਨ ਹਾਜ਼ਰੀ ਖਾ ਕੇ ਭਾਬੀ ਤੋਂ ਚੋਰੀਓਂ ਬਚਨੇ ਨੇ ਗੁਲਜ਼ਾਰੇ ਨੂੰ ਕਿਹਾ, ਮੈਂ ਖੇਤਾਂ ਵੱਲ ਚੱਲਿਆ ਤੇ ਤੂੰ ਮੋਟਰਸਾਈਕਲ ਲੈ ਕੇ ਆ ਜਾਈਂ, ਅੱਜ ਆਪਾਂ ਨਸੀਬ ਦੇ ਪਿੰਡ ਚੱਲਣਾ। ਠੀਕ ਹੈ ਚਾਚਾ, ਗੁਲਜ਼ਾਰਾ ਖੁਸ਼ ਹੋ ਕੇ ਬੋਲਿਆ। ਧੰਨਵਾਦ। ਸਮਾਪਤ।